ਗੁਰੂ ਗ੍ਰੰਥ ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ। ਪੂਰਨ ਪਰਮਾਨੰਦ ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਲਾਹੀ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਿਰਪਾ ਸਦਕਾ ਗੁਰਬਾਣੀ ਕੀਰਤਨ ਰਾਹੀਂ ਆਪ ਜੀ ਨੇ ਆਨੰਦ ਮਾਣਿਆ ਹੈ। ਜਿਵੇਂ ਸਤਿਕਾਰਤ ਸੰਗਤ ਔਰ ਪ੍ਰਬੰਧਕ ਸੱਜਣਾ ਦਾ ਭਾਈ ਸਾਹਿਬ ਹੋਰਾਂ ਨੇ ਹੁਕਮ ਕੀਤਾ ਹੈ, ਇਤਿਹਾਸਕ ਵਿਚਾਰ ਆਪਾਂ ਅੱਜ ਸਮਝਾਂਗੇ ਔਰ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮੈਨੂੰ ਇਹ ਲੱਗਦਾ ਕਿ ਇੱਕ ਇੱਕ ਲਾਈਨ ਜਿਹੜੀ ਆ ਉਹ ਨੋਟ ਕਰਨ ਵਾਲੀ ਹੈ। ਸਤਿਗੁਰੂ ਕਿਰਪਾ ਕਰਨ। ਸਾਰੇ ਭੈਣ ਭਰਾ, ਅੱਜ ਆਪਾਂ ਗੱਲ ਕਰਾਂਗੇ ਸਿੱਖ ਇਤਿਹਾਸ ਦੀ ਰੋਸ਼ਨੀ 'ਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਦੀ ਰੋਸ਼ਨੀ 'ਚ ਜਿਹੜਾ ਸਮੁੱਚੀਆਂ ਵਿਚਾਰਾਂ ਸਮਝ ਸਕੀਏ ਕਿ ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਪੰਚਮ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਔਰ ਇਹ ਸ਼ਹਾਦਤ ਵਿਲੱਖਣ ਕਿਉਂ ਹੈ ਤੇ ਇਸ ਸ਼ਹਾਦਤ ਦਾ ਅਸਰ ਕੀ ਹੋਇਆ। ਸਾਰੇ ਭੈਣ ਭਰਾ ਇੱਕ ਵਾਰੀ ਮਨ ਬਿਰਤੀਆਂ ਨੂੰ ਇਕਾਗਰ ਰੱਖਦੇ ਆ, ਮਿਲ ਕੇ ਉਚਾਰਨ ਕਰਿਓ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਸਮੇਂ ਸਮੇਂ ਤੇ ਕੁਝ ਅਜਿਹੀਆਂ ਲਾਮਿਸਾਲ ਘਟਨਾਵਾਂ ਵਾਪਰੀਆਂ ਜਿਨ੍ਹਾਂ ਘਟਨਾਵਾਂ ਨੇ ਮਨੁੱਖ ਦੇ ਮਨ ਅੰਦਰ ਜਿਉਣ ਦੇ ਨਾਲ ਨਾਲ ਮਰਨ ਦਾ ਵੀ ਚਾਅ ਪੈਦਾ ਕੀਤਾ। ਧਿਆਨ ਰੱਖਿਓ, ਮਰਨ ਦਾ ਚਾਅ। ਇਹਨਾਂ ਲਾਮਿਸਾਲ ਘਟਨਾਵਾਂ ਨੂੰ ਅਸੀਂ ਸ਼ਹਾਦਤ ਦੇ ਨਾਮ ਨਾਲ ਯਾਦ ਕਰਦੇ ਹਾਂ। ਸ਼ਹਾਦਤ ਅਤੇ ਸ਼ਹੀਦ ਦੋਨੋਂ ਅਰਬੀ ਦੇ ਲਫ਼ਜ਼ ਨੇ। ਸ਼ਹਾਦਤ ਦਾ ਅਖਰੀ ਅਰਥ ਹੈ ਗਵਾਹੀ ਦੇਣੀ। ਸ਼ਹੀਦ ਕਹਿੰਦੇ ਆ ਗਵਾਹੀ ਦੇਣ ਵਾਲੇ ਨੂੰ, ਸਾਖੀ ਭਰਨ ਵਾਲਾ ਗਵਾਹ। ਦੁਨੀਆ ਦੇ ਬਹੁਤ ਸਾਰੇ ਮਜ਼ਹਬਾਂ ਦੇ ਵਿੱਚ ਸ਼ਹਾਦਤ ਦਾ ਸੰਕਲਪ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਇਆ ਹੈ। ਵੈਸੇ ਇਹ ਸ਼ਹਾਦਤ ਅਤੇ ਸ਼ਹੀਦ ਲਫ਼ਜ਼ ਜਿਹੜੇ ਨੇ ਇਸਲਾਮ ਨੇ ਦਿੱਤੇ ਨੇ ਦੁਨੀਆ ਨੂੰ। ਹਾਲਾਂਕਿ ਇਸਲਾਮ ਦੇ ਪਾਕ ਗ੍ਰੰਥ ਕੁਰਾਨ ਸ਼ਰੀਫ ਦੇ ਅੰਦਰ ਕਿਤੇ ਵੀ ਸ਼ਹੀਦ ਲਫ਼ਜ਼ ਨਹੀਂ ਮਿਲਦਾ। ਉੱਤੇ ਸ਼ਹਾਦਤ ਕਲਮਾ ਜ਼ਰੂਰ ਹੈ। ਇਸਲਾਮ ਦੀਆਂ ਪਵਿੱਤਰ ਹਦੀਸਾਂ ਦੇ ਵਿੱਚ ਸ਼ਹੀਦ ਸ਼ਬਦ ਦਾ ਜ਼ਿਕਰ ਹੈ। ਉਹਨਾਂ ਨੇ ਸ਼ਹੀਦ ਵੱਖਰੇ ਵੱਖਰੇ ਅੱਗੋਂ ਸ਼ਹੀਦਾਂ ਦੇ ਹਿੱਸੇ ਵੰਡੇ ਹੋਏ।
शहीद करबला, शहीद मुहब्बत, शहीद वतन, शहीद आजम, इहो जिहे। पर उत्थे हालांकि शहीद की बहुत रिस्पैक्ट है, मुस्लिम लोगों का यह मनना है कि शहीद इन्ने पवित्र होंदे ने, उन्होंने हजरत मुहम्मद साहब की गवाही की भी लोड़ नहीं पैंदी। लेकिन शहीद की जिहड़ी परिभाषा उत्थे ਵੱਖਰੇ ਤਰੀਕੇ ਨਾਲ ਉਹਨਾਂ ਦਿੱਤੀ ਹੈ। ਆਪਾਂ ਕਿਸੇ ਨੂੰ ਨੀਵਾਂ ਦਿਖਾਉਣ ਦੇ ਭਾਵ ਨਾਲ ਗੱਲ ਨਹੀਂ ਕਰ ਰਹੇ। ਜੇ ਕੋਈ ਚੰਗਾ ਇਨਸਾਨ ਭਾਵੇਂ ਬਿਮਾਰੀ ਦੇ ਕਰਕੇ ਵੀ ਚੜ੍ਹਾਈ ਕਰ ਜਾਵੇ, ਉਹਨੂੰ ਵੀ ਕਹਿ ਦਿੰਦੇ ਆ ਕਿ ਸ਼ਹੀਦ ਹੋ ਗਿਆ। ਜਾਂ ਫਿਰ ਕਿਸੇ ਮੈਦਾਨੇ ਜੰਗ ਦੇ ਵਿੱਚ ਕਿਸੇ ਦੀ ਬਾਂਹ ਕੱਟੀ ਗਈ ਤੇ ਉਹ ਫਿਰ ਕਹਿੰਦੇ ਆ ਕਿ ਇਹਦੀ ਬਾਂਹ ਸ਼ਹੀਦ ਹੋ ਗਈ। ਇੱਥੋਂ ਤੱਕ ਕਿ ਜੰਗੇ ਉਹਦ ਦੇ ਵਿੱਚ ਜਿਹੜਾ ਜ਼ਿਕਰ ਹੈ कि हजरत मुहम्मद साहब नूं उमैद बिन उमैया ने तलवार मारी मुहम्मद साहब दे उत्ते। पुराने समय दे विच इह तरीका हुंदा सी कि कई बारी जदों इह वेखना कि साडा विरोधी भारू है, वो साडा नुकसान पहुंचा सकदा है, तां साह घसीट के साह खिच के सौ जांदे सी, पै जांदे सी लम्मे, तां जो विरोधी नूं इह लगे कि मौत हो गई ते अगला चला जावे ते बाद च उठ के तुर पैणा। हजरत मुहम्मद साहब ने जदों इस तरह किया तां उन्हां दा विरोधियां ने दंद तोड़ के वेखिया सी। दुश्मन यह तरीका वरतदा सी, किसी तिखे हथियार नाल जां पत्थर की वरतों करके दंद तोड़ के वेखदा सी। इहदा जिक्र तुसीं अपने टॉपिक नाल संबंधित गल मैं सिर्फ इसलिए इशारा दिता है, जिहदे वारस भी अपनी हीर दे विच इक जिहड़ी लाइन लिखदा, वो कहंदा वारस नबी दा दंद शहीद होया, तकदीर ना किसी तो हटदी। वो कहते ने दंद शहीद हो गया। खैर इस तरह ईसाई लोग भी शहादत नूं मुक्ति का प्याला दसते हैं। उन्हां दा मनना है कि शहीद परमात्मा दे अजिहे पहलवान ने जिहड़े जिन्हां नूं परमात्मा खुद आके दरगाह के दरवाजे ते अंदर आउण लई नवाजदा है। जिथों तक असीं एशिया महादीप की गल करते हैं, एशिया महादीप दे विच शहादत या शहीद वर्गा कोई लफ्ज पहला गुरमत के फलसफे तो पहला इत्थे नहीं मिलता। हालांकि सत्कारत सनातन मत के बहुत सारे धर्म ग्रंथ ने, जिहदे विच वेद ने, शास्त्र ने, सिमरतियां ने, पुराण ने, पर उत्थे बली की गल तो आई है जी, जिहदा जिक्र कबीर साहब ने भी अपने बचनां विच कीता है। सर जियो कट है, निर्जियो पूजै, अंत काल को भारी। बली साडे गुरुद्वारियां विच भी किते किते इह सुनन नूं मिलदा है, जदों साडे सत्कारत सज्जण कहंदे है कि 9वें पातशाह ने या 5वें पातशाह ने बलिदान दिता। बलिदान बड़े नीवें पद्धर का शब्द है, यह शहादत के नेड़े तेड़े भी नहीं टुकदा। जदों असीं गुरु नूं कहंदे आ कि उन्हां बलिदान दिता तां इह सत्कार नहीं बल्कि तौहीन कर रहे हुंदे आ। बली बहुत नीवें पद्धर का लफ्ज है, और जिहड़ा बलियां दा सारा सिलसिला है यह यजुर्वेद की कृपा करके है। उस पास मैं बहुता लंबा नहीं चाहूंगा। उत्थे गौ मेद जाता, तुसीं हैरान होवोगे कि अज तक भारत दे विच जे किते गऊ दे हड्ड मिल जाण तां बहुत वड्डा हंगामा हो जांदा, लड़ाई हो जांदी है, बंदे कुੱਟ दित्ते जांदे है, क्योंकि गां दी वैल्यू मनुख नालों ज़्यादा उत्थे मन्नी जांदी है। पर जदों कि यजुर्वेद दे विच जिथे होर जग्गां दा जिक्र है, होर बलियां दा जिक्र है, तां उत्थे गऊ दी बली दा जिक्र भी सानूं मिलदा है। खैर जिहड़ी मैं बेनती कर रहा सी कि सब तो पहला जिहड़ा शहीद लफ्ज उत्थे लिखती तौर पर मिलता सानूं, तो सतगुरु श्री गुरु ग्रंथ साहिब की बाणी के अंदर है। गुरु ग्रंथ साहिब की बाणी के अंदर 2 बार शहीद लफ्ज आया। एक लफ्ज ये शहीद जिहड़ा गुरु नानक पातशाह ने वरते है, पावन अंक 53 के उपर दर्ज है, जिथे महाराज कहते हैं पीर पैकामर सालक साधक सोहदे और शहीद। दूसरी बार जिहड़ा शहीद लफ्ज गुरु ग्रंथ साहिब के पावन अंक 1293 के उपर भगत रविदास साहब महाराज ने वरतिया, जिहदे विच लिखिया जाके ईद बकरीद कुल गौरे बद करे मानीए सेक शहीद पीरा। शहीद की परिभाषा भाई गुरदास जी ने इको पंक्ति विच बड़ी वड्डी दित्ती है। कहंदे ने सबर सिदक शहीद भरम भौ खोवण। शहीद दे विच 2 वड्डे गुण हुंदे ने कि एक तां उहदे विच सबर बहुत हुंदा है ते दूसरा सिदक हुंदा है, सिरड़ी हुंदा।
और दो वड्डे औगण नहीं हुंदे, ना कोई भरम हुंदा उहनूं ते ना कोई भुलेखा हुंदा। हुण गुरु सवारियो किहड़े ਉਹ ਕਾਰਨ ने जिन्हां ਕਾਰਨਾਂ करके पंचम पातशाह की शहादत होंदी है, बड़े ध्यान नाल समझण की कोशिश करिए। एक बड़ा स्पष्ट जिहा फैसला गुरबाणी ने दिता है कि जे को बोले सच कूड़ा जल जाए। मतलब कि सच के रस्ते ते चलदियां शहादत वाला माहौल बनिया ही नहीं। किसी भी वक्त तुहाडा जिहड़ा सिर है वह धड़ तो वखरा हो सकता है जे आपां सच का रस्ता अपनाया होया। पर सच की आवाज गुरु नानक पातशाह ने भी बुलंद की। ये कह लो चार पातशाहियां ने भी घट सच नहीं बोलिया, पर शहादत जाके पंचम पातशाह की होंदी है। इहदा इतिहासक कारण यह है, मैं संखेप या पिछोकड़ फरोलण लगिया। बाबर के ते बाबे कियां दी फसवीं टक्कर सन 1521 तो ऐमनाबाद की धरती तो शुरू होती है। एक पासे बाबर समाज के विच अत्याचार कर रहा है, लुट मचा रहा है, ते दूजे पासे बाबा वाहिगुरू जी वालों मिली ड्यूटी नूं निभाउंदिआं सच दा होका दे रहा है। इन्ना फसवा मुकाबला है बाबर के ते बाबे कियां दा कि जे बाबर तलवार के जोर नाल लोकां दे तनां ते राज करदा है, बाबा प्रेम अते विचार के जोर नाल लोकां दे मनां ते राज करदा है। ज्यों-ज्यों बाबर का राज भाग वधदा जांदा है, त्यों-त्यों बाबे कियां दी जथेबंदी भी मजबूत होंदी जांदी है। वेखो बाबर कियां दे जहांगीर ने बाबे कियां दे गुरु अर्जन पातशाह नूं 30 मई सन 1606 नूं शहीद किया, और जहांगीर दे पोतरे औरंगजेब ने गुरु अर्जन साहब दे पोतरे गुरु तेग बहादुर साहब नूं 11 नवंबर 1675 नूं शहीद किया। किड्डा फसवा मुकाबला है। दादे ने दादे नूं शहीद किया, पोते ने पोते नूं शहीद किया। बड़ा फसवा मुकाबला बदलवें रूपां विच अज तक ये जारी है। खैर हुण जदों गुरु नानक पातशाह ने कादी कूड़ बोल मल खाए, ब्राह्मण नावे जियां घाए, जोगी जुगत ना जाने अंग, तीने ओजाड़े का बंद, धर्म के अखौती ठेकेदारां दी हकीकत लोकां दे सामने रखी तां ये लोग बहुत तड़फे। दूसरा समय दे हुक्मरानां बारे सच बयान किया पातशाह ने, ये बड़ा औखा काम सीगा। जिन्ने भी रहबर पैगंबर आए सत्कारयोग ने, लेकिन वो आम लोगों का ज्ञान ध्यान दियां बहुत गल्लां सिखाउंदे रहे, पर वक्त के हाकम जो शरेआम अत्याचार कर रहे सी उन्हां दे खिलाफ किसी ने डट के आवाज बुलंद ना की। ये गुरु नानक पातशाह ने बख्शिश की जदों इन्नी बेबाकी नाल कह दिता, राजे शी मुकद्दम कुत्ते, जायज गायन बैठे सुते, चाकर नहींदा पाइन घाओ, रद पित कुत्ते चट जाओ। मैं माफी चाहांगा, इशारा देंगा सिर्फ बहुत सारे थावां ते जदों किते प्रचार लई जाइए ते एक गल इत्थे तां बहुत सत्कार तो प्रबंधक बड़े सारे जिम्मेवार तुसीं बैठे हैं, वो कहा जाता जी गुरुद्वारे च किते राजनीति की गल ना कर लियो। एक ऐसा झूठ है जिहड़ा हजारां बार साडे दिमाग विच बार-बार सुना के साडे दिमाग च फिट कर दिता। मैं क्या ये कोई तुलसीदास की स्टेज नहीं है जिन्हां ने अपने बोलों में कहा कि राज भावें किसी का होवे असीं की लैणा। साडा बाबा वेखो की कह रहा है, कल काती राजे का साई, धर्म पंख पर उड़ रहा। जिहड़ी स्टेज तो राजियां नूं कसाई कहण दी जरूरत गुरु साहिब पातशाह ने दित्ती होवे, अज एक गिणी मिथी साजिश के तहत सिखां दा पोलीटिकल पासा मारिया जा रहा। समझ ना आ जाए सिखां नूं राजनीति, फिर मीरी पीरी दे सिद्धांत दा मतलब की कढांगे असीं? फिर बाबा बंदा सिंह बहादुर दे उस राज की गल किवें करोगे तुसीं? इसलिए राजनीति का जिहड़े धर्म का एक बहुत बड़ा हिस्सा है। मसला यह है कि राजनीति नूं धर्म के असूलों लई वरतिया जाए, ना कि धर्म नूं राजनीति। खैर हुण पातशाह ने जदों वक़्त दे राजे नूं बाबर नूं उहदे मूंह ते जाबर कहना गुरु वल्लों, तकलीफ तां उहनूं होनी सी। उन्हें बड़ी कोशिश की, गुरु पातशाह नूं कैद भी किया, लेकिन कोई वड्डी घटना नहीं वापर सकी। उहदा इतिहासक कारण यह है कि बाबर दा राज भाग अजे पक्के पैरी नहीं सी होया। 26 जनवरी 1530 नूं बाबर दी मौत हो गई। बाबर दी मौत तो बाद हिमांजू तखत दे उत्ते आया। हिमांजू दा अखरी अर्थ है खुशकिस्मत।
एक इतिहासकार होया लेनूपुर, वो कहता है कि हिमांजू नां दा ही खुशकिस्मत सी, असल विच इहदे वर्गा बदकिस्मत बंदा होर कोई नहीं सी, क्योंकि पहला तां हिमांजू नूं गुजरात दे बहादुर शाह ने वक्त पाई रखिया, बाद विच शेर शाह सूरी ने हरा के हिंदुस्तान छड्डण लई मजबूर करता। पहली शहीदी जिहदी आपां याद विच जुड़े हुए हैं 1606 पंचम पातशाह दी है, लेकिन प्यारिओ 1540 दे विच भी शहीदी वाला माहौल तैयार होता है। शहादत उदों भी हो सकती है जदों गुरु अंगद साहब खंडूर साहब दे विच खेडां करवा रहे सी। कुछ इतिहासकारां ने लिखिया कि वो पढ़ा रहे सी जवाकां, कुदरत ने समझ सकती है कुछ वक्त पढ़ाउण लई कुछ खिडाउण लई रखिया महाराज ने। तां हिमांजू शेर शाह सूरी तो हार के जदों खंडूर साहब दे विचों दी लंघिया जांदा, इहनूं लगदा सी मेरी स्पैशल आओ भगत होवेगी। गुरु साहब ने कुछ ध्यान ना दिता, बड़ा क्रोधित होया, अपना हाथ तलवार दे मुठ्ठे ते लै गया, गुस्से च लाल पीला होया। जदों दूजे पातशाह दे बिल्कुल नेड़े पहुंचिया तां मेरे मालक ने अपना जिहड़ा ध्यान सी बच्चियां वल्लों हटा के फिर इहनूं खरियां खरियां सुणाइयां। खैर तां क्योंकि विखड़े पैंडियां विचों दी गुजर रिहा सी हिमांजू, जदों बंदे दे हालात चंगे ना होण ते बड़ा संभल के चलदा हुंदा। 15 साल भटकण तो बाद सन 1555 दे विच ईरान दी बादशाह दी मदद दे नाल हिमांजू मुड़ तखत ते बैठिया। तखत ते बैठिया सिर्फ 6 महीने हुए सी कि लाइब्रेरी वालियां पौड़ियां तो, उस कमरे दी पौड़ियां तो इस तरह डिग्या कि मुड़ के उठ नहीं सकिया। दी मौत हो गई। हिमांजू दी मौत तो बाद अकबर तखत ते आया 1556 दे विच। अकबर दे जिहड़े विरोधी लेखक ने वो भी इस गल नूं कबूल करते हैं कि अकबर एक खुले ख्यालां दा मालक सी, वो कट्टर प्रस्त नहीं सी। अकबर ने लाहौर दे विच एक इबादत खाना भी बनाया सी, जिथे वो वख-वख मजहबां दे प्रचारकां नूं सद के उन्हां दे सिद्धांतां दी व्याख्या सुनिया करदा सी। अकबर वल्लों बनाए गए इबादत खाने दे विच गुरु घर दे महान विद्वान भाई से भाई गुरदास जी जाके गुरमत विख्यान करते रहे। हुण अकबर दे राज भाग दे दौरान तीजे पातशाह ते चौथे पातशाह दे खिलाफ भी धर्म दे अखौती ठेकेदारां ने बहुत शिकायतां कीतीआं। जो गुरु घर दी मर्यादा सी वो धर्म दे अखौती ठेकेदारां नूं पसंद नहीं सी, और जिथे वो अकबर कोल शिकायतां करदे सी उत्थे अकबर दे दरबार दे विच जिहड़ा बीरबल सी ओहदे भी बड़े कन भरदे सी। ये बीरबल कौन है, मैं अगे जाके गल करदा। ये बीरबल गुरु घर दा बहुत बड़ा विरोधी होया। तां गुरु सवारे हो अकबर दे राज भाग दे दौरान ही अगस्त 1581 दे विच पंचम पातशाह धन गुरु अर्जन साहब महाराज गुरगद्दी ते सुभाएमान होंदे। जदों गुरु अर्जन साहब पातशाह गुरगद्दी ते बैठते ने तां जिहड़ी सब तो पहली विरोध है ओह उन्हां दे घरों उठदी है, पिरथी चंद विरोधी हुंदे। क्योंकि ये एक इतिहासक सच्चाई है कि गुरुआं दे पुत्रां नूं भी एक भुलेखा पैंदा रहा है कि जिवें दुनियावी जायदाद प्यो वाली पुੱਤ दी हुंदी है ते गुरगद्दी भी बापू वाली साडी है। यह भुलेखा गुरु नानक साहब के पुत्तां नूं भी पिया, जिन्हां बारे गुरबाणी च वचन दर्ज ने, पुत्री कौल ना पालिओ कर पीरों कन मुरट्टी है, दिल खोटे आकी फिरन बन भार उचाइन सटी। यह भुलेखा गुरु अंगद साहब के पुत्तां दादू होरां नूं भी पिया ते यही भुलेखा पिरथी चंद नूं भी पिया। हालांकि प्यो वाली दुनियावी जायदाद जिहड़ी गुरु अर्जन पातशाह दे हिस्से आई वो भी पातशाह ने पिरथी चंद नूं दे दित्ती सी, पर वो टलिया नहीं। पिरथी चंद ने मसंदा दे राही भी ये प्रचार करवाया कि गुरु वो आप है। बहुत सारे लोगों को गुमराह किया और मत्था आप टिकवाउंदा ते भोजन दे वक्त गुरु अर्जन पातशाह दे लंगर वाल भेज दिंदा सी संगत। आखिर थक हार के पिरथी चंद ने अपने सौरे पिंड हेहर आके दरबार साहब के मुकाबले दरबार साहब तैयार करवाउण दी कोशिश की और इन्हें एक सरोवर बनवाया जिहदा नाम भी दुख निवारण रखिया तां जो लोगों को इधर खिंचिया जा सके। पिरथी चंद प्लस बीरबल दोनों ने इकट्ठियां होके मालिया ऑफिसर सुली खान नूं प्रेरित किया कि गुरु अर्जन साहब ते हमला कर।
ਜਦੋਂ ਉਹ ਗੁਰੂ ਅਰਜਨ ਸਾਹਿਬ ਤੇ ਹਮਲੇ ਦੀ ਤਿਆਰੀ ਲਈ ਆ ਰਿਹਾ ਸੀ ਤਾਂ ਹੰਕਾਰੇ ਹੋਏ ਪਿਰਥੀ ਚੰਦ ਨੇ ਕਿਹਾ ਕਿ ਆਜੋ ਤੁਹਾਨੂੰ ਇੱਕ ਵਾਰੀ ਦਿਖਾਈਏ ਕਿਵੇਂ ਆਪਣੇ ਇਸ ਅਸਥਾਨ ਦੀ ਸੇਵਾ ਚੱਲ ਰਹੀ ਹੈ, ਜਿਹੜਾ ਸਰਕਾਰੀ ਸ਼ਹਿਰ ਤੇ ਅਸਥਾਨ ਬਣ ਰਿਹਾ ਸੀ ਪਿਰਥੀ ਚੰਦ ਦਾ। ਤਾਂ ਗੁਰੂ ਸਵਾਰਿਓ ਸੁਲਹੀ ਖਾਨ ਦਾ ਘੋੜਾ ਉਸ ਭੱਠੇ ਵਿਚਲੀ ਆਵੇ ਦੀ ਅੱਗ ਨੂੰ ਵੇਖ ਕੇ ਐਸਾ ਤ੍ਰਬਕਿਆ ਕਿ ਸੁਲਹੀ ਖਾਨ ਸਮੇਤ ਘੋੜੇ ਦੇ ਅੱਗ ਵਿੱਚ ਮੱਚ ਗਿਆ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ। ਗੁਰੂ ਗ੍ਰੰਥ ਸਾਹਿਬ 'ਚ ਕੁਝ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਵੀ ਹੈ। ਜਦੋਂ ਪਾਤਸ਼ਾਹ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹੱਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਨਾਪਾਕ ਹੋ ਕੇ ਮਰਿਆ, ਮਤਲਬ ਮੁਸਲਿਮ ਲੋਕ ਬੜੇ ਅਪਵਿੱਤਰ ਮੰਨਦੇ ਨੇ, ਬੜਾ ਨਾਪਾਕ ਮੰਨਦੇ ਨੇ ਜੇ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਅੱਗ ਵਿੱਚ ਕਿਸੇ ਨੂੰ ਸੜਨਾ ਪੈਂਦਾ। ਤਾਂ ਹੁਣ ਸੁਲਹੀ ਤੋਂ ਬਾਅਦ ਇਹਨਾਂ ਨੇ ਸੁਲਭੀ ਖਾਨ ਨੂੰ ਪ੍ਰੇਰਿਤ ਕੀਤਾ, ਪਰ ਉਹਦੇ ਐਸਾ ਸੂਲ ਉੱਠਿਆ ਕਿ ਉਹਦੀ ਮੌਤ ਹੋ ਗਈ ਸੀ। ਆਖਰ ਜਦੋਂ ਕੁਝ ਪੇਸ਼ ਨਾ ਚੱਲੀ ਤਾਂ ਪਿਰਥੀ ਚੰਦ ਤੇ ਇਹਦੀ ਵਹੁਟੀ ਕਰਮੋ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਗੁਰੂ ਅਰਜਨ ਸਾਹਿਬ ਲਈ ਬੜੇ ਅਪਮਾਨਜਨਕ ਸ਼ਬਦ ਬੋਲਦੇ ਸੀ ਉਹ ਲੋਕ। ਕਹਿੰਦੇ ਸੀ ਅਸੀਂ ਨਾ ਗੱਦੀ ਤੇ ਬੈਠੇ, ਸਾਡਾ ਪੁੱਤ ਮਿਹਰਬਾਨ ਬਹਿ ਜਾਊਗਾ, ਕਿਉਂਕਿ ਗੁਰੂ ਅਰਜਨ ਸਾਹਿਬ ਲਈ ਇਹੀ ਲਫ਼ਜ਼ ਸੀ ਉਹਨਾਂ ਦੇ ਕਿ ਉਹ ਤਾਂ ਬੇਅਵਾਦ ਹੈ। ਪਰ ਇਹਨਾਂ ਦੀ ਗੰਦੀ ਸੋਚ ਦੇ ਉੱਤੇ ਗੜੇ ਪੈਂਦੇ ਆ। 19 ਜੂਨ 1595 ਨੂੰ ਜਦੋਂ ਗੁਰੂ ਅਰਜਨ ਪਾਤਸ਼ਾਹ ਦੇ ਘਰ ਮਾਤਾ ਗੰਗਾ ਜੀ ਦੀ ਪਰਮ ਪਵਿੱਤਰ ਕੁੱਖੋਂ ਬਾਲ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਵਡਾਲੀ ਦੇ ਵਿੱਚ। ਮੈਂ ਇਸ਼ਾਰਾ ਹੀ ਦੇ ਰਿਹਾ ਸਿਰਫ ਕਿ ਹਰਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਵੀ ਬੜੀਆਂ ਪਲੈਨਿੰਗਾਂ ਕੀਤੀਆਂ ਗਈਆਂ। ਕਿਧਰੇ ਦਾਈ ਨੂੰ ਭੇਜਿਆ ਗਿਆ ਕਿ ਆਪਣੇ ਦੁੱਧ ਨੂੰ ਜ਼ਹਿਰ ਲਾ ਕੇ ਤੁਸੀਂ ਮਾਰਨ ਦੀ ਕੋਸ਼ਿਸ਼ ਕਰੋ, ਪਰ ਸਫਲ ਨਹੀਂ ਸੀ ਹੋਈ। ਕਿਸੇ ਸਪੇਰੇ ਨੂੰ ਭੇਜਿਆ ਗਿਆ ਸੱਪ ਲੜਾਉਣ ਵਾਸਤੇ, ਜਾਂ ਫਿਰ ਇੱਕ ਬ੍ਰਾਹਮਣ ਨੂੰ ਭੇਜਿਆ ਗਿਆ ਕਿ ਤੁਸੀਂ ਜਿਹੜਾ ਦਹੀਂ ਖਵਾ ਦਿਓ ਹਰਗੋਬਿੰਦ ਸਾਹਿਬ ਨੂੰ। ਪਰ ਗੁਰੂ ਜੀ ਨੇ ਬਾਲ ਹਰਗੋਬਿੰਦ ਨੇ ਕਹੋ ਕਿ ਦਹੀਂ ਨਾ ਖਾਧਾ ਤੇ ਉਹ ਦਹੀਂ ਬਾਅਦ ਚ ਕੁੱਤੇ ਨੂੰ ਪਾਇਆ ਤੇ ਉਹ ਮਰ ਗਿਆ ਸੀਗਾ। ਇਹਦਾ ਅਫਸੋਸ ਇੰਨਾ ਹੋਇਆ ਕਿ ਉਸ ਬ੍ਰਾਹਮਣ ਦੇ ਐਸਾ ਸੂਲ ਉੱਠਿਆ ਕਿ ਉਹਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਹ ਸਾਰਾ ਭੇਦ ਖੋਲ ਗਿਆ ਕਿ ਮੈਨੂੰ ਪਿਰਥੀ ਚੰਦ ਤੇ ਉਹਦੀ ਵਹੁਟੀ ਕਰਮੋ ਨੇ ਭੇਜਿਆ ਸੀ। ਇਹਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂ। ਉਸ ਤੋਂ ਬਾਅਦ ਇੱਕ ਨੰਦ ਰਾਮ ਉਹਨਾਂ ਦੇ ਹਾਣੀ ਨੂੰ ਭੇਜਿਆ ਸੀ ਹਰਗੋਬਿੰਦ ਸਾਹਿਬ ਜੀ ਨੂੰ ਕਿ ਖਾਣ ਵਾਲੀ ਚੀਜ਼ ਵਿੱਚ ਜ਼ਹਿਰ, ਪਰ ਉਹ ਸਫਲ ਨਹੀਂ ਹੋਈਆਂ ਕੋਸ਼ਿਸ਼ਾਂ ਸਾਰੀਆਂ, ਸੰਖੇਪ ਮੈਂ ਕਹਾਂ। ਤਾਂ ਹੁਣ ਗੁਰੂ ਸਵਰੇ ਜਿਹੜਾ ਬੀਰਬਲ ਲਫ਼ਜ਼ ਮੈਂ ਇੱਕ ਵਰਤਿਆ, ਬੜੇ ਧਿਆਨ ਨਾਲ ਸਮਝਣ ਵਾਲਾ ਹੈ। ਇਹ ਬੀਰਬਲ ਕੌਣ ਹੈ? ਬੀਰਬਲ ਇਹਦਾ ਪੁਰਾਣਾ ਨਾਮ ਹੈ ਮਹੇਸ਼ ਦਾਸ। ਇਹ ਬ੍ਰਾਹਮਣ ਬਰਾਦਰੀ ਦੇ ਵਿੱਚੋਂ ਹੈ। ਇਹਦਾ ਜਨਮ ਜਿਹੜਾ 1528 ਦੇ ਵਿੱਚ ਹੋਇਆ। ਜੈਪੁਰ ਦੇ ਰਾਜੇ ਭਗਵਾਨ ਦਾਸ ਦਾ ਨੌਕਰ ਸੀ ਇਹ। ਜਦੋਂ ਜੈਪੁਰ ਦੇ ਰਾਜੇ ਭਗਵਾਨ ਦਾਸ ਨੇ ਸਨ 1562 ਦੇ ਵਿੱਚ ਆਪਣੀ ਭਤੀਜੀ ਜੋਧਾਬਾਈ ਦਾ ਵਿਆਹ ਅਕਬਰ ਦੇ ਨਾਲ ਕੀਤਾ ਤਾਂ ਉਸ ਵਕਤ ਉਹਨੇ ਮਹੇਸ਼ ਦਾਸ ਨੂੰ ਨਾਲ ਭੇਜਿਆ ਸੀ ਅਕਬਰ ਕੋਲ, ਦਾਜ ਵਿੱਚ ਦਿੱਤਾ ਸੀ। ਜਿਹੜੇ ਬੀਰਬਲ ਦੇ ਸਾਡੇ ਸਿੱਖ ਵੀ ਕਈ ਫੈਨ ਹੋਏ ਫਿਰਦੇ ਆ ਕਿ ਬਹੁਤ ਜ਼ਿਆਦਾ ਉਹ ਦਿਮਾਗੀ ਸੀ। ਇਹ 'ਚ ਕੋਈ ਸ਼ੱਕ ਨਹੀਂ ਕਿ ਬੀਰਬਲ ਰਾਗ ਵਿਦਿਆ ਦੀ ਜਾਣਕਾਰੀ ਰੱਖਦਾ ਸੀ, ਬੀਰਬਲ ਹਾਜ਼ਰ ਜਵਾਬ ਸੀ ਔਰ ਥੋੜਾ ਮਸਕਰਾ ਟਾਈਪ ਸੀ। ਉਹਦੇ 'ਚ ਇਹ ਗੁਣ ਜ਼ਰੂਰ ਹੈਗੇ ਸੀ, ਪਰ ਉਹ ਹੈ ਸੀ ਸਿੱਖਾਂ ਦਾ ਵਿਰੋਧੀ। ਤਾਂ ਅਕਬਰ ਨੇ ਇਹਦਾ ਨਾਂ ਜਿਹੜਾ ਬੀਰਬਲ ਰੱਖਿਆ ਸੀ। ਜਦੋਂ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਮਤਲਬ ਤੀਜੇ ਚੌਥੇ ਪਾਤਸ਼ਾਹ ਦੇ ਖਿਲਾਫ ਜਦੋਂ ਵਿਰੋਧੀ ਸ਼ਿਕਾਇਤਾਂ ਕਰਦੇ ਸੀ ਅਕਬਰ ਕੋਲ, ਤਾਂ ਬੀਰਬਲ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾਉਂਦਾ ਸੀ। ਇਹਨੇ ਕਈ ਵਾਰੀ ਅਕਬਰ ਨੂੰ ਇਹ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਗੱਦੀ ਨਸ਼ੀਨ ਨੇ ਉਹ ਕੁਫਰ ਅਤੇ ਨਾਸਤਿਕਤਾ ਦਾ ਪ੍ਰਚਾਰ ਕਰਦੇ ਨੇ, ਪਰ ਅਕਬਰ ਦੇ ਉੱਤੇ ਕੋਈ ਅਸਰ ਨਹੀਂ ਸੀ ਹੋਇਆ ਕਿਉਂਕਿ ਅਕਬਰ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਤਾਂ ਗੁਰੂ ਸਵਾਰਿਓ ਨੋਟ ਕਰਿਓ, ਬੀਰਬਲ ਨੂੰ ਅਕਬਰ ਨੇ ਪਿਸ਼ਾਵਰ ਵਾਲੇ ਪਾਸੇ ਜੈਨ ਖਾਨ ਦੇ ਨਾਲ ਭੇਜਿਆ। ਜਦੋਂ ਪਠਾਣਾ ਤੇ ਯੂਸਫਜਈਆਂ ਨੇ ਬਗਾਵਤ ਕੀਤੀ, ਉਸ ਬਗਾਵਤ ਨੂੰ ਦਬਾਉਣ ਵਾਸਤੇ ਬੀਰਬਲ ਨੂੰ ਨਾਲ ਭੇਜਿਆ ਗਿਆ। ਤਾਂ ਇੱਕ ਲਿਖਤੀ ਇਹਨੂੰ ਆਗਿਆ ਮਿਲੀ ਬੀਰਬਲ ਨੂੰ। ਉਹ ਆਗਿਆ ਇਹ ਸੀ ਕਿ 1 ਰੁਪਈਆ ਮਤਲਬ ਜਿਹੜੀ ਵੀ ਉਸ ਵਕਤ ਇਕਾਈ ਹੈ ਪੈਸੇ ਦੀ, 1 ਰੁਪਈਆ ਪ੍ਰਤੀ ਖੱਤਰੀ ਦਾ ਘਰ ਇਹ ਟੈਕਸ ਇਕੱਠਾ ਕਰ ਸਕਦਾ ਤੇ ਇਹਨਾਂ ਨੇ ਲੜਾਈ ਲੜਨੀ ਹੈ ਜਾ ਕੇ ਪਿਸ਼ਾਵਰ ਵਾਲੇ ਪਾਸੇ। ਤਾਂ ਹੋਇਆ ਕੀ
ਇਹ ਗੁਰੂ ਅਰਜਨ ਪਾਤਸ਼ਾਹ ਦੇ ਸਿੱਖਾਂ ਨਾਲ ਵੀ ਰਾਬਤਾ ਕਰਦਾ ਹੈ, ਕਹਿੰਦਾ ਵੀ ਮੈਨੂੰ ਟੈਕਸ ਦਿਓ। ਤਾਂ ਸਿੱਖਾਂ ਨੇ ਆਪਣੇ ਵੱਲੋਂ ਦੱਸਿਆ ਕਿ ਸਰਬੱਤ ਦੇ ਭਲੇ ਲਈ ਕਾਰਜ ਚੱਲਦੇ ਨੇ, ਗੁਰੂ ਘਰ ਨੂੰ ਕਾਹਦਾ ਟੈਕਸ ਹੁੰਦਾ। ਇਹ ਕਹਿੰਦਾ ਵੀ ਮੇਰੇ ਲਈ ਗੁਰੂ ਨਹੀਂ ਹੈ, ਗੁਰੂ ਤੁਹਾਡੇ ਲਈ ਹੋਊਗਾ। ਬੜੇ ਅਪਮਾਨਜਨਕ ਸ਼ਬਦ ਬੋਲੇ। ਆਖਿਰ ਇੱਕ ਗੱਲ ਕਹੀ, ਕਹਿੰਦਾ ਜੇ ਟੈਕਸ ਦੇ ਦੋ ਚੰਗਾ ਹੈ, ਨਹੀਂ ਤਾਂ ਮੈਂ ਪਸਾਵਰ ਵਾਲੇ ਪਾਸਿਓਂ ਮੁੜ ਕੇ ਆਉਣਾ ਤੇ ਫਿਰ ਮੈਂ ਆਪਣੇ ਤਰੀਕੇ ਨਾਲ ਬੰਦੇ ਲੈ ਕੇ ਆਉਂਗਾ, ਟੈਕਸ ਲਵਾਂਗਾ। ਇਹ ਗੱਲ ਪਾਤਸ਼ਾਹ ਕੋਲ ਵੀ ਪਹੁੰਚੀ ਤੇ ਮੇਰੇ ਮਾਲਕ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਕੋਈ ਗੱਲ ਨਹੀਂ, ਜਦੋਂ ਆਊਗਾ ਦੇਖੀ ਜਾਓ। ਪਰ ਜਦੋਂ ਹੁਣ ਤੁਹਾਨੂੰ ਪਤਾ ਮੈਦਾਨੀ ਜੰਗ ਦੇ ਵਿੱਚ ਚੁਟਕਲੇ ਤਾਂ ਚੱਲਦੇ ਨਹੀਂ, ਉੱਥੇ ਗਿਆ 1586 ਦੇ ਵਿੱਚ ਇਹ ਵੀਰਬਲ ਜਿਹੜਾ ਸੀਗਾ ਯੂਸਫੀਆਂ ਹੱਥੋਂ ਮਰ ਗਿਆ, ਇਹਦਾ ਕੰਮ ਨਿਬੜ ਗਿਆ। ਸਨ 1588 ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ। ਕੁਝ ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਸਾਈਂ ਮੀਆਂ ਮੀਰ ਜੀ ਹੱਥੋਂ ਰਖਵਾਈ। 1588 ਤੋਂ 1590 ਦੇ ਦਰਮਿਆਨ ਦਰਬਾਰ ਸਾਹਿਬ ਹੀ ਪੁਰਾਤਨ ਇਤਿਹਾਸਕ ਨਾਮ ਹੈ, ਜਿਹਨੂੰ ਅਸੀਂ ਹਰਮੰਦਰ, ਗੋਲਡਨ ਟੈਂਪਲ ਤੇ ਸੁਨਹਿਰੀ ਮੰਦਰ ਤੱਕ ਪਹੁੰਚ ਗਏ ਆ। ਜੇ ਜਾਗਰੂਕ ਨਾ ਹੋਏ ਪਤਾ ਨਹੀਂ ਕੀ ਨਾਮ ਨਵੇਂ ਰੱਖਣੇ। ਇਤਿਹਾਸਕ ਨਾਮ ਦਰਬਾਰ ਸਾਹਿਬ ਹੀ ਹੈ। 1588 ਤੋਂ 90 ਦੇ ਦਰਮਿਆਨ ਇਹ ਸਾਰਾ ਕਾਰਜ ਹੋਇਆ। 1599 ਦੇ ਵਿੱਚ ਪੰਚਮ ਪਾਤਸ਼ਾਹ ਦੀ ਜਿਹੜੀ ਸ਼ਾਦੀ ਹੁੰਦੀ ਹੈ ਪਿੰਡ ਮੌ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ ਦੇ ਕ੍ਰਿਸ਼ਨ ਚੰਦ ਦੀ ਬੇਟੀ ਬੀਬੀ ਗੰਗਾ ਦੇ ਨਾਲ। 1590 ਦੇ ਵਿੱਚ ਜਿਹੜਾ ਸੰਪੂਰਨ ਕਾਰਜ ਹੋ ਜਾਂਦਾ ਹੈ। ਔਰ ਸਨ 1590 ਦੇ ਵਿੱਚ ਹੀ ਤਰਨਤਾਰਨ ਸਾਹਿਬ ਦੀ ਨੀਂਹ ਰੱਖੀ ਬਾਦਸ਼ਾਹ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਖਾਰੇ ਪਿੰਡ ਪਹੁੰਚੇ, ਆਸੇ ਪਾਸਿਓਂ ਜ਼ਮੀਨਾਂ ਖਰੀਦੀਆਂ ਗਈਆਂ। ਜਦੋਂ ਉਹਨਾਂ ਨੇ ਨੀਂਹ ਰੱਖੀ, ਆ ਨੋਟ ਕਰਿਓ ਜੀ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਵਿੱਚ ਜਿਹੜੇ ਦੋਸ਼ੀ ਨੇ, ਜ਼ਿੰਮੇਵਾਰ ਨੇ, ਉਹ 'ਚ ਵੀਰਬਲ ਵੀ ਆ ਗਿਆ, ਪ੍ਰਿਥੀ ਚੰਦ ਵੀ ਆ ਗਿਆ ਤੇ ਸਖੀ ਸਰਵਰੀ ਲਾਲਾਂ ਵਾਲੇ, ਇਹਨਾਂ ਦਾ ਵੀ ਰੋਲ ਹੈ। ਇਹਨਾਂ ਦਾ ਕੀ ਰੋਲ ਹੈ, ਬੜੇ ਧਿਆਨ ਨਾਲ ਸੁਣਿਓ। ਸਖੀ ਸਰਵਰੀ ਇਹ ਹੈ ਕੌਣ ਨੇ? ਇਹਨਾਂ ਦਾ ਪਿਛੋਕੜ ਇਹ ਹੈ ਕਿ ਇਹਨਾਂ ਦਾ ਜਿਹੜਾ ਵਡੇਰਾ ਹੈ, ਇਹ ਕਿਸੇ ਵਕਤ ਬਗਦਾਦ ਵਾਲੇ ਪਾਸਿਓਂ ਪਾਕਿਸਤਾਨ ਦਾ ਜਿਹੜਾ ਜ਼ਿਲ੍ਹਾ ਡੇਰਾ ਗਾਜੀ ਖਾਨ ਹੈ, ਉਹਦਾ ਇੱਕ ਪਿੰਡ ਹੈ ਨਗਾਹ, ਉੱਥੇ ਆ ਕੇ ਇਹਨਾਂ ਦਾ ਵਡੇਰਾ ਵਸਿਆ 1120 ਦੇ ਨੇੜੇ। ਔਰ ਫਿਰ ਇਹ ਸਖੀ ਸਰਵਰੀ ਹੈ, ਜਿਹਨੂੰ ਸਖੀ ਸਰਵਰੀਆ, ਲਾਲਾਂ ਵਾਲਾ, ਧੌਕਲ ਵਾਲਾ ਪੀਰ, ਵੱਖਰੇ ਵੱਖਰੇ ਨਾਂ ਰੱਖੇ ਜਾਂਦੇ ਨੇ। ਉਹਦਾ ਵੀ ਇੱਕ ਬਹੁਤ ਮਾੜਾ ਕਾਰਨ ਹੈ ਵੀ ਨਾਂ ਇੰਨੇ ਕਿਉਂ ਸੀ ਉਹਦੇ, ਉਹ ਮੈਂ ਲਫ਼ਜ਼ ਨਹੀਂ ਵਰਤਾਂਗਾ, ਤੁਸੀਂ ਆਪ ਸਮਝਿਓ। 1252 ਦੇ ਵਿੱਚ ਇਹਦੀ ਮੌਤ ਹੋਈ। ਔਰ ਇਹ ਬਹੁਤ ਨੀਵੇਂ ਕਿਰਦਾਰ ਦਾ ਬੰਦਾ ਸੀ, ਇੱਕ ਇਤਿਹਾਸਕ ਸਚਾਈ ਹੈ। ਤੇ ਇਹਦੀ ਮੌਤ ਵੀ ਆਪਣੇ ਹੀ ਮਾਸੀ ਦੇ ਮੁੰਡਿਆਂ ਹੱਥੋਂ ਹੋਈ। ਤੇ ਇਹ ਮਤਲਬ ਜਿਵੇਂ ਤੁਸੀਂ ਸਮਝਦੇ ਆ ਨਾ ਵੀ ਕਿਹੜੀਆਂ ਗੱਲਾਂ ਕਰਕੇ ਕਤਲ ਹੋ ਜਾਂਦੇ ਹੁੰਦੇ ਨੇ, ਐਸੀ ਵੀ ਕੋਈ ਗੱਲ ਸੀ। ਉਹ ਲਫ਼ਜ਼ ਮੈਂ ਇੱਥੇ ਵਰਤਣੇ ਠੀਕ ਨਹੀਂ ਸਮਝਦਾ। ਤਾਂ ਇਹ ਬਹੁਤ ਨੀਵੇਂ ਪੱਧਰ ਦਾ ਬੰਦਾ ਸੀਗਾ। ਇਹਨੂੰ ਧੌਕਲ ਦੇ ਨੇੜੇ ਦਫਨਾਇਆ ਗਿਆ, ਇਸ ਕਰਕੇ ਇਹਨੂੰ ਧੌਕਲ ਵਾਲਾ ਪੀਰ ਵੀ ਕਿਹਾ ਜਾਂਦਾ। ਹੁਣ ਇਹਦੇ ਵੱਖਰੇ ਵੱਖਰੇ ਨਾਂ, ਕਿਉਂਕਿ ਜਿਹੜੀ ਜਗ੍ਹਾ ਤੇ ਜਾਂਦਾ ਸੀ ਨਾਂ ਤੇ ਟਿਕਾਣਾ ਬਦਲ ਕੇ ਰਹਿੰਦਾ ਸੀ, ਜਿਵੇਂ ਛੇਤੀ ਪਛਾਣ ਨਾ ਆ ਜਾਏ। ਸਖੀ ਸਰਵਰੀਆਂ ਦੀ ਇੱਕ ਬ੍ਰਾਂਚ ਹੈ ਸੇਖ ਫੱਤਾ। ਬੁਰਾ ਬਣਾ ਸਕਦੇ ਨੇ ਕੁਝ ਸੱਜਣ, ਕਿਉਂਕਿ ਕਈਆਂ ਨੂੰ ਸੁਭਾਅ ਬਣਿਆ ਵੀ ਜਦੋਂ ਵੀ ਇੰਡੀਆ ਜਾਂਦੇ ਆ ਤਾਂ ਸੇਖ ਫੱਤੇ ਜ਼ਰੂਰ ਮੱਥਾ ਟੇਕ ਕੇ ਆਉਂਦੇ। ਮੈਨੂੰ ਪਤਾ ਹੈ ਕੰਟਰੀ ਬਦਲਣ ਦੇ ਨਾਲ ਕੋਈ ਅਕਲ ਦਾ ਬਹੁਤਾ ਫਰਕ ਨਹੀਂ ਪੈਂਦਾ। ਤੁਸੀਂ ਤਾਂ ਸਾਰੇ ਬਹੁਤ ਪਿਆਰ ਵਾਲੇ ਬੈਠੇ ਹੋ, ਪਰ ਹਕੀਕਤ ਇਹੀ ਹੈ ਕਿ ਜਿੰਨਾ ਪਖੰਡਵਾਦ ਅੱਜ ਪੰਜਾਬ ਦੇ ਵਿੱਚ ਹੈ ਨਾ, ਉਸ ਪਖੰਡਵਾਦ ਦੇ ਵਿੱਚ NRI ਵੀਰਾਂ ਦਾ ਬਹੁਤ ਵੱਡਾ ਰੋਲ ਹੈ। ਇਹ ਗੱਲ ਵੱਖਰੀ ਹੈ ਕਿ ਮੇਰੇ ਵਰਗੇ ਬੰਦੇ ਤੁਹਾਨੂੰ ਇਦਾਂ ਕਹਿੰਦੇ ਆ, ਔਖਾ ਲੱਗਦਾ ਉਹਨਾਂ ਨੂੰ ਵੀ ਨਹੀਂ ਕਹਾਂਗੇ ਕਿਉਂਕਿ ਤੁਸੀਂ ਗੁੱਸੇ ਹੋ ਸਕਦੇ ਆ, ਪਰ ਸੰਗਤ ਬਹੁਤ ਪਿਆਰ ਵਾਲੀ ਹੈ, ਜੋ ਸੱਚ ਹੈ ਮੈਂ ਜ਼ਰੂਰ ਕਹਾਂਗਾ। ਜਿੰਨਾ ਪਖੰਡਵਾਦ ਔਰ ਜਿੰਨੀ ਲੱਚਰਤਾ ਹੈ, ਲੱਚਰਤਾ ਦੇ ਵਿੱਚ NRI ਵੀਰਾਂ ਦਾ ਬਹੁਤ ਵੱਡਾ ਰੋਲ ਹੈ। ਜਿੰਨੇ ਉੱਥੇ ਡਿਫਾਲਟਰ ਗਵਈਏ ਨੇ, ਜਿਹੜੇ ਸਾਡੇ ਧੀਆਂ ਭੈਣਾਂ ਦੇ ਅੰਗਾਂ ਦੀ ਮਿਣਤੀ ਕਰਦੇ ਨੇ, ਉਹਨਾਂ ਨੂੰ ਬਿਜ਼ਨਸ ਕਲਾਸ ਦੀਆਂ ਟਿਕਟਾਂ ਦੇ ਕੇ ਆਪ ਜੀ ਬੁਲਾਉਂਦੇ ਹੁੰਦੇ। ਇਹ ਹਕੀਕਤ ਹੈ। ਗੁਰੂ ਸਾਹਿਬ ਸਾਨੂੰ ਸਭ ਨੂੰ ਸਮਤ ਬਖਸ਼ਣ, ਅਸੀਂ ਅਕਲ ਨੂੰ ਹੱਥ ਮਾਰੀਏ ਕਿ ਅਸੀਂ ਜਾ ਕਿਹੜੇ ਪਾਸੇ ਨੂੰ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਤਾਂ ਲਾਲਾਂ ਵਾਲਿਆਂ ਦੀ ਬ੍ਰਾਂਚ ਹੈ ਸੇਖ ਫੱਤਾ। ਸੇਖ ਫੱਤੇ ਵਾਲੇ ਬਹੁਤ ਔਖੇ ਸੀ ਇਸ ਗੱਲੋਂ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪਣਾ ਸੈਂਟਰ ਇੱਥੇ ਖੋਲ ਲਿਆ। ਕਿਉਂ ਭਲਾ? ਕਿਉਂਕਿ ਮੈਂ ਵਿਸਥਾਰ ਨਹੀਂ ਕਰ ਰਿਹਾ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪ੍ਰਭਾਵਿਤ ਹੋ ਕੇ ਲਾਲਾਂ ਵਾਲਿਆਂ ਦੇ ਵੱਡੇ ਵੱਡੇ ਆਗੂ ਜਿਹੜੇ ਸੀਗੇ ਉਹ ਸਿੱਖੀ ਵਿੱਚ ਸ਼ਾਮਲ ਹੋ ਚੁੱਕੇ ਸੀ। ਜਿਵੇਂ ਮਾਝਾ ਇਲਾਕੇ ਦੇ ਇਹਨਾਂ ਦੇ ਆਗੂ ਭਾਈ ਤੀਰਥਾ ਜੀ, ਜਿਹੜੇ ਭਾਈ ਮੰਝ ਵਜੋਂ ਬਹੁਤ ਮਸ਼ਹੂਰ ਨਾਮ ਹੈ,
ਉਹ ਸਿੱਖੀ ਵਿੱਚ ਸ਼ਾਮਲ ਹੋ ਗਏ ਸੀਗੇ। ਔਰ ਮਾਲਵੇ ਇਲਾਕੇ ਦੇ ਬੁਢਲਾਡਾ ਮੰਡੀ ਦੇ ਰਹਿਣ ਵਾਲੇ ਜਿਹੜੇ ਸੀਗੇ ਭਾਈ ਬਹਿਲੋਂ, ਇਹ ਗੁਰੂ ਦੀਆਂ ਮਹਾਨ ਖੁਸ਼ੀਆਂ ਲੈ ਗਏ। ਔਰ ਗੁਰੂ ਸਾਹਿਬ ਨੇ ਭਾਈ ਬਹਿਲੋਂ ਲਈ ਇਹ ਲਫ਼ਜ਼ ਵਰਤੇ, ਭਾਈ ਬਹਿਲੋਂ ਸਭ ਤੋਂ ਪਹਿਲੋਂ। ਭਾਈ ਮੰਝ ਲਈ ਪੰਚਮ ਪਾਤਸ਼ਾਹ ਨੇ ਕਿਹਾ ਸੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਗੜਾ। ਖੈਰ ਹੁਣ ਇਸ ਗੱਲੋਂ ਬਹੁਤ ਔਖੇ ਸੀਗੇ। ਇਹਨਾਂ ਸੇਖ ਫੱਤੇ ਵਾਲਿਆਂ ਨੇ ਕੀ ਕੀਤਾ, ਚੌਧਰੀ ਨੂਰਦੀਨ ਨੂੰ ਪ੍ਰੇਰਿਤ ਕੀਤਾ ਵੀ ਇਹ ਅਸਥਾਨ ਕਿਵੇਂ ਨਾ ਕਿਵੇਂ ਰੋਕੋ। ਚੌਧਰੀ ਨੂਰਦੀਨ ਨੇ ਆਪਣੇ ਪੁੱਤਰ ਅਮੀਰਦੀਨ ਦੀ ਡਿਊਟੀ ਲਾਈ। ਯਾਦ ਰੱਖਿਓ, ਤਰਨਤਾਰਨ ਸਾਹਿਬ ਦੇ ਸਰੋਵਰ ਦੀਆਂ ਇੱਟਾਂ ਜਿਹੜੀਆਂ ਪ੍ਰਕਰਮਾਂ ਵਿੱਚ ਲਾਉਣੀਆਂ ਸੀ, ਉਹ ਚੁਕਵਾ ਕੇ ਅਮੀਰਦੀਨ ਨੇ ਆਪਣੀ ਹਵੇਲੀ ਤੇ ਲਵਾਈਆਂ ਸੀ, ਜਿਹੜੀਆਂ ਬਾਅਦ ਦੇ ਵਿੱਚ ਸਨ 1752 ਦੇ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਉਹ ਹਵੇਲੀ ਤੋਂ ਦੁਬਾਰਾ ਇੱਟਾਂ ਲਾ ਕੇ ਤਰਨਤਾਰਨ ਸਾਹਿਬ ਦੀ ਉਸੇ ਪ੍ਰਕਰਮਾਂ ਦੇ ਵਿੱਚ ਲਵਾਈਆਂ ਸੀ। ਇਹ ਸਖੀ ਸਰਵਰੀਏ ਵੀ ਬਹੁਤ ਔਖੇ ਸੀ ਗੁਰੂ ਘਰ ਦੇ। ਨੋਟ ਕਰਿਓ ਗੁਰੂ ਸਵਾਰਿਓ, ਸਨ 1595 ਦੀ 19 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ। ਆਪਾਂ ਗੱਲ ਸੁਣ ਚੁੱਕੇ ਹਾਂ, ਉਹਨਾਂ ਨੂੰ ਮਾਰਨ ਦੀਆਂ ਪਲੈਨਿੰਗਾਂ ਸਾਰੀਆਂ ਫੇਲ ਹੋ ਗਈਆਂ। ਸਨ 1597 ਦੇ ਵਿੱਚ ਲਾਹੌਰ ਦੇ ਵਿੱਚ ਕਾਲ ਪਿਆ। ਬੜੀ ਇੰਪੋਰਟੈਂਟ ਘਟਨਾ ਹੈ ਵੀ ਸਮਝਣ ਵਾਲੀ। ਤਾਂ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ, ਭੁੱਖਮਰੀ ਫੈਲੀ, ਵਕਤ ਦੇ ਜਿਹੜੇ ਸਰਕਾਰੀ ਮਹਿਕਮੇ ਕਹਿ ਲਓ ਉਹ ਸਾਰੇ ਭੱਜ ਗਏ, ਕੋਈ ਪੇਸ਼ ਨਾ ਕਿਸੇ ਦੀ ਚੱਲੀ। ਤਾਂ ਇਹੋ ਜਿਹੇ ਵਿਖੜੇ ਹਾਲਾਤਾਂ ਦੇ ਵਿੱਚ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਸਿੱਖਾਂ ਨੂੰ ਨਾਲ ਲੈ ਕੇ, ਵੈਦਾਂ ਹਕੀਮਾਂ ਨੂੰ ਨਾਲ ਲੈ ਕੇ ਲਾਹੌਰ ਪਹੁੰਚੇ। ਮਹਾਰਾਜ ਨੇ ਉੱਥੇ ਜਿੱਥੇ ਪ੍ਰਸ਼ਾਦੇ ਪਾਣੀ ਦੇ ਪ੍ਰਬੰਧ ਕਰਵਾਏ, ਦਵਾਈਆਂ ਦੇ ਪ੍ਰਬੰਧ ਕਰਵਾਏ, ਯਤੀਮ ਖਾਨੇ ਬਣਵਾਏ, ਗੁਰੂ ਰਾਮਦਾਸ ਸਾਹਿਬ ਦੀ ਯਾਦ ਵਿੱਚ ਅਸਥਾਨ ਬਣਾਇਆ ਔਰ ਇੱਕ ਡੱਬੀ ਬਾਜ਼ਾਰ ਦੇ ਵਿੱਚ ਅਸਥਾਨ ਬਣਾਇਆ। ਇਸ ਤਰ੍ਹਾਂ ਲੋਕਾਂ ਨੂੰ ਕੰਮ ਵੀ ਮਿਲ ਗਿਆ ਤੇ ਬਹੁਤ ਰਾਹਤ ਹੋਈ। ਔਰ ਇਹਦੇ ਨਾਲ ਨਾਲ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਸੀ, ਗੁਰੂ ਪਾਤਸ਼ਾਹ ਨੇ ਸਿੱਖਾਂ ਦੇ ਨਾਲ ਲੱਗ ਕੇ ਆਪ ਜਿਹੜੀਆਂ ਉਹ ਲਾਸ਼ਾਂ ਸੀ ਆਪਣੇ ਮੋਢਿਆਂ ਤੇ ਵੀ ਚੁੱਕ ਚੁੱਕ ਕੇ ਢੋਈਆਂ। ਲਗਭਗ 8 ਮਹੀਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਲਾਹੌਰ ਵਿੱਚ ਸੇਵਾਵਾਂ ਨਿਭਾਉਂਦੇ ਰਹੇ। ਇਹਨਾਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਵੱਡੇ ਪੱਧਰ ਤੇ ਲੋਕ ਸਿੱਖੀ ਵਿੱਚ ਸ਼ਾਮਲ ਹੋਏ। 1597 ਦੀ ਗੱਲ ਹੈ। ਸਨ 1598 ਦੇ ਵਿੱਚ ਇਸੇ ਗੱਲ ਤੋਂ ਪ੍ਰਭਾਵਿਤ ਹੋਇਆ ਅਕਬਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਦਾ। ਨੋਟ ਕਰਿਓ, ਬਾਬਰ ਤੋਂ ਲੈ ਕੇ ਅੱਜ ਤੱਕ ਸਾਡੀ ਬਹੁਤੇ ਰਾਜਿਆਂ ਦੇ ਨਾਲ ਨਹੀਂ ਬਣੀ। ਬਹੁਤ ਘੱਟ ਰਾਜੇ ਨੇ ਜਦੋਂ ਬਣਦੀ ਹੈ। ਹੁਣ ਜਦੋਂ ਅਕਬਰ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚਿਆ ਤਾਂ ਉਸ ਵਕਤ ਟਾਈਮ ਵੀ ਆਪਣਾ ਨੇੜੇ, ਉਸ ਵਕਤ ਕੀ ਸੀਗਾ, ਗੁਰੂ ਅਰਜਨ ਪਾਤਸ਼ਾਹ ਅੱਗੇ ਹੱਥ ਬੰਨ੍ਹਦਾ ਕਿ ਸਤਿਗੁਰੂ ਮੇਰੀ ਹਾਜ਼ਰੀ ਪ੍ਰਵਾਨ ਹੋ ਜਵੇ, ਮੈਨੂੰ ਵੀ ਕੋਈ ਸੇਵਾ ਬਖਸ਼ ਦਿਓ। ਤਾਂ ਥੋੜਾ ਜਿਹਾ ਨਮੋਸ਼ੀ ਦੇ ਵਿੱਚ ਵੀ ਸੀ ਕਿ ਮੈਂ ਰਾਜਾ ਮੁਲਕ ਦਾ, ਮੇਰੇ ਤੋਂ ਕੁਛ ਨਹੀਂ ਇਹੋ ਜਿਹੇ ਹਾਲਾਤਾਂ 'ਚ ਬਣਿਆ। ਲਾਹੌਰ 'ਚ ਇੱਕ ਦਰਵੇਸ਼ ਨੇ ਇੰਨਾ ਕੰਮ ਕੀਤਾ। ਤਾਂ ਪਾਤਸ਼ਾਹ ਨੇ ਕੀ ਕੰਮ ਕਰਵਾਇਆ ਜੀ ਉਹਦੇ ਤੋਂ? ਗੁਰੂ ਸਾਹਿਬ ਨੇ ਕਿਹਾ, ਯਾਦ ਰੱਖਿਓ ਥੋੜਾ ਜਿਹਾ, ਕਿ ਇਹ ਅਕਬਰ ਤੀਜੇ ਪਾਤਸ਼ਾਹ ਅੱਗੇ ਵੀ ਬੇਨਤੀ ਕਰਦਾ ਹੈ, ਮਹਾਰਾਜ ਮੈਨੂੰ ਸੇਵਾ ਬਖਸ਼ੋ। ਉਦੋਂ ਗੁਰੂ ਜੀ ਨੇ 2 ਕੰਮ ਕਰਵਾਏ ਸੀ ਕਿ ਇੱਕ ਤਾਂ ਹਿੰਦੂ ਵੀਰ ਜਦੋਂ ਤੀਰਥ ਸਥਾਨਾਂ ਤੇ ਜਾਂਦੇ ਨੇ ਉਹਨਾਂ ਨੂੰ ਟੈਕਸ ਲੱਗਦਾ, ਉਹ ਮਾਫ ਕਰ ਦਿਓ। ਹਾਲਾਂਕਿ ਗੁਰਮਤਿ ਦਾ ਸਿਧਾਂਤ ਹੈ ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਲੇਕਿਨ ਜਿਹੜਾ ਸੀਗਾ ਇਹ ਕੰਮ ਕਰਵਾਇਆ ਕਿਉਂਕਿ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ। ਦੂਸਰਾ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਸਤੀ ਪ੍ਰਥਾ ਬੰਦ ਕਰਵਾਈ। ਜਿਹੜੇ ਬਚਨ ਬਾਣੀ ਵਿੱਚ ਉਹਨਾਂ ਦਰਜ ਕੀਤੇ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਉੱਥੇ ਨਾਲ ਨਾਲ ਸਤੀ ਪ੍ਰਥਾ ਵੀ ਅਕਬਰ ਨਾਲ ਬਣਦੀ ਸੀ ਤੋਂ ਇਹ ਕੰਮ ਕਰਵਾਇਆ, ਕੋਈ ਨਿੱਜੀ ਕੰਮ ਨਹੀਂ ਕਰਵਾਇਆ। ਤਾਂ ਜਦੋਂ ਅਕਬਰ ਪੰਚਮ ਪਾਤਸ਼ਾਹ ਨੂੰ ਕਹਿੰਦਾ ਮੈਂ ਤੁਹਾਡੀਆਂ ਖੁਸ਼ੀਆਂ ਲੈਣੀਆਂ ਨੇ, ਮੈਨੂੰ ਕੋਈ ਸੇਵਾ ਬਖਸ਼ ਦਿਓ, ਤੇ ਗੁਰੂ ਅਰਜਨ ਸਾਹਿਬ ਦਾ ਜਵਾਬ ਸੀ, ਕਹਿਣ ਲੱਗੇ ਜੇ ਮੇਰੀਆਂ ਖੁਸ਼ੀਆਂ ਚਾਹੁੰਦਾ ਅਕਬਰ ਤਾਂ ਅੱਜ ਕਿਸਾਨ ਆਰਥਿਕ ਤੌਰ ਤੇ ਬੜੀ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਹੇ ਨੇ, ਤੂੰ ਕਿਸਾਨਾਂ ਦਾ ਮਾਮਲਾ ਮਾਫ ਕਰ ਦੇ। ਗੁਰੂ ਅਰਜਨ ਸਾਹਿਬ ਨੇ ਅੱਜ ਤੋਂ ਸੈਂਕੜੇ ਵਰੇ ਪਹਿਲਾਂ ਕਿਸਾਨਾਂ ਦਾ ਮਾਮਲਾ ਮਾਫ ਕਰਵਾਇਆ ਹੋਇਆ। ਤੇ ਗੁਰਦੁਆਰਿਆਂ ਤੋਂ ਕਦੇ ਕਿਸਾਨੀ ਹੱਕਾਂ ਦੀਆਂ ਗੱਲਾਂ ਚੱਲਣ ਤੇ ਬਹੁਤ ਉਪਰਾ ਲੱਗਦਾ ਲੋਕਾਂ ਨੂੰ, ਯਾਰ ਇਹ ਤਾਂ ਕਿਸਾਨ ਯੂਨੀਅਨ ਵਾਲਿਆਂ ਦਾ ਕੰਮ ਹੈ ਇਹ ਇਕੱਲਿਆਂ ਦਾ। ਪਰ ਸਾਰੀਆਂ ਗੱਲਾਂ ਗੁਰਦੁਆਰਿਆਂ 'ਚ ਇਹੀ ਹੁੰਦੀਆਂ ਰਹੀਆਂ ਨੇ ਪੁਰਾਣੇ ਸਮਿਆਂ 'ਚ ਵੀ, ਤੇ ਅੱਜ ਵੀ ਹੋਣੀਆਂ ਚਾਹੀਦੀਆਂ ਨੇ। ਪਰ ਅੱਜ ਸਾਨੂੰ ਇੱਕ ਪਲੈਨਿੰਗ ਦੇ ਤਹਿਤ ਸਾਨੂੰ ਉਹ ਬਣਾਇਆ ਜਾ ਰਿਹਾ ਕੁਝ ਹੋਰ। ਗੁਰੂ ਸਾਨੂੰ ਸਮਰਥ ਬਖਸ਼ਿਸ਼ ਕਰੇ
1598 तक आ गए आप। सन 1501 तो लैके 1504 तक एक बहुत बड़ा कारज, जिहड़ा सब तो वड्डा कारज होया, आदि ग्रंथ साहिब की संपादना भाई सरभाई गुरदास जी नूं लाया गया, जिहड़ा आदि ग्रंथ साहिब नूं एडिट किया गया। वर्ल्ड का इको एक धर्म ग्रंथ जिहड़ा गुरु साहिब ने खुद शरीर विच रहिंदिआं आप संपादित करवाया। दुनिया के सारे धर्म ग्रंथ उन्होंने सत्कारत पीरां पैगंबरां रहबरां दे सरीरक तौर पर चले जाण तो लंबा समा बाद होंद विच आए ने। एक एक दा मैं दस्सां उन्हां हुण वक्त नहीं, लंबा समा बाद च होंद विच आए तां हुण जदों आदि ग्रंथ साहिब नूं संपादित किया जा रहा सी, जिहड़ा शहीदी दा सब तो वड्डा कारण याद रखियो, तां उस वक्त पीलू छज्जू कान्हा शाह हुसैन होरी भी आ गए कि चार चार लाइनां विच ही साडियां भी लिख दो, की फर्क पैंदा। पर महाराज ने कहा भी इत्थे इदां नहीं, ये तां रब्बी अनुभव वाले महापुरुषां दे ओह बचन जिहड़े समाज लई कल्याणकारी ने वो दर्ज करते हैं। उन्हां तो सुन के भी वेखिया गया, कुछ इतिहासकार लिखते जिवें कान्हे ने उत्थे कहा, कहंदे ने ओही रे मैं ओही रे, जाको वेद पुराना गावे, खोजत खोज ना कोई रे। इस तरह शाह हुसैन ने इस तरह के बोल सुनाए, चुप वे अड़िया चुप वे अड़िया, बोलन दी ना जाई वे अड़िया। इस तरह के जिहड़े बोल सीगे, ये कह लो कि गुरमत तो एंटी उन्होंने गल्लां कीतियां। किसी ने औरत की तौहीन विच लफ्ज लिखे सी, किसी ने हंकार की गल कीती सी, तो गुरु सिंह ने जो रद्द कर दिता इन्हों भी नहीं ये नहीं होना, तो ये सारा महकमा बहुत तड़फिया। चचेरा भरा सी चंदू का खाना, ये सारी जुंडली इत्थों औखी हो गई। चंदू भी, चंदू की गल आप अगे जाके कर रहे हैं, चंदू सनातनी नक्सबंदी सारे जिन्ने भी धर्म के ठेकेदार सी, पृथ्वी चंद होरी, ये सारे इकट्ठे हुए। इन्हां ने जिहड़ा सीगा अकबर को बड़ियां चीकां मारियां, बड़ियां शिकायतां कीतियां कि तुसीं साडी गल नहीं सुन रहे, एक पासड़ फैसले कर रहे हो। जिहड़ा गुरु अर्जन साहब ने हुण ग्रंथ तैयार किया ना, बहुत तौहीन की हुई है इस ग्रंथ च देवी देवतियां की, मुहम्मद साहब के खिलाफ लिखे। जदों ਵਧਾ चढ़ा के गल्लां कीतियां, अकबर बटाले वाले पासे आया सीगा, तां गुरु अर्जन साहब पातशाह ने अकबर दे सद्दे ते भाई गुरदास ते बाबा बुड्ढा जी नूं भेजिया आदि ग्रंथ साहब लैके। बड़ी इंपॉर्टेंट गल है कि जदों एक स्वरूप लैके पहुंचे तां ये सारी दुष्ट चौंकड़ी कहंदी जी आही है वो ग्रंथ, तुसीं सुन के वेखो भी की लिखिया। तां उत्थे जदों पहली वारी प्रकाश किया गुरु साहब का, तां पहली वारी जिहड़ा शब्द आया सी तिलंग महला पंजवां, खाक नूर करदम आलम दुनियाए, असमान जिमी दरख्त आप पैदाइश खुदाए, बंदे चश्म दीदम फनाए, दुनिया मुर्दार खुरदनी गाफल हवाए। ये शब्द पूरा सुनाया गया, अंदर नूं सुकून मिलिया अकबर नूं। ते ये जिन्ने शिकायतां करन वाले सारे इकट्ठे होके कहंदे जी ये जान बुझ के हद दे के लै आए। हद समझते हैं, निशानी लाया उत्थों खोल के सुना। अकबर ने कुछ पन्ने पलटे ना, दूजी वारी जदों पढ़ के सुनाया तो उत्थे मारू महला पंजवां दा यह शब्द सी, अल्लाह अगम खुदाई बंदे, छोड़ ख्याल माया के धंधे, होए पै खाक फकीर मुसाफर ए दरवेश कबूल। हुण इन्हां नूं अंदर बहुत तकलीफ तो हुई, पर चंदू ने एक गल कही, मैकालफ ने यह गल लिखी है, चंदू कहता भी हो सकता लिखिया कुछ होर होवे ते पढ़ के कुछ होर सुना दिंदे होण, क्योंकि सानू तो गुरमुखी नहीं आउंदी। अकबर कहता भी तुसीं कोई बंदा वेख लो अपना जिहड़ा गुरमुखी पढ़ सकदा। तां उहदे च एक नाम मिलदा साहिब दयाल नूं इन्हां ने लभ्या। साहिब दयाल जिहड़ा ठीक ठाक गुरमुखी पढ़ सकदा सी, साहिब दयाल ने जदों तीजी वारी पढ़ के सुनाया कुछ अंक पलट के, तां मैकालफ ने शब्द का जिक्र किया कि शब्द आया सी, घर में ठाकुर नजर ना आवे, गल में पाहन लै लटका। ते बहुते इतिहासकारां ने भी लिखिया है कि तीजी वारी जिहड़ा शब्द आया प्रभाती राग दा, तुहानूं सारिआं नूं याद है, एक बारी जरूर बोलियो, अव्वल अल्लाह नूर उपाया, कुदरत के सब बंदे एक नूर ते सब जग उपजिया, कौन भले को मंदे। यह शब्द सुन के अकबर ने सारे विरोधियों नूं धक्के मरवा के दरबार चों बाहर कढवाया सी और 51 मोहरां आदि ग्रंथ साहिब वर्गे भेटा कीतियां। भाई गुरदास जी बाबा बुड्ढा जी लई सिरपाओ भेंट कीते, सन्मान किया, बहुत मान सत्कार होया। मैं ये कहना चाहुंदा कि अकबर दे राज भाग के दौरान अखौती जिहड़े विरोधी सी
ਉਹਨਾਂ ਲਵੇ ਕੋਈ ਚਾਰਾ ਨਹੀਂ ਉਹਨਾਂ ਦਾ ਚੱਲਿਆ। ਅਕਬਰ ਜਿਹੜਾ ਸੀ ਪਿਆਰਿਓ, ਇਹ ਆਪਣੇ ਪੋਤਰੇ ਖੁਸਰੋ ਨੂੰ ਗੱਦੀ ਦੇਣਾ ਚਾਹੁੰਦਾ ਸੀ, ਜਹਾਂਗੀਰ ਤੋਂ ਇਹ ਵੀ ਤੰਗ ਸੀ। ਲੇਕਿਨ ਇਹਦੇ ਵਿੱਚ ਜਿਹੜੇ ਨਕਸ਼ਬੰਦੀ ਇੱਕ ਫਿਰਕਾ ਹੋਇਆ, ਜਿਹੜੇ ਬਹੁਤ ਸਿੱਖੀ ਦਾ ਖੂਨ ਪੀਣ ਵਾਲਿਆਂ ਵਿੱਚੋਂ ਹੋਏ ਨੇ ਤੇ ਇਸਲਾਮ ਦੇ ਆਪਣੇ ਆਪ ਨੂੰ ਠੇਕੇਦਾਰ ਖਾਉਂਦੇ ਸੀ। ਉਹ ਪੰਜਮ ਪਾਤਸ਼ਾਹ ਦੀ ਸ਼ਹੀਦੀ ਮੌਕੇ ਇਹਨਾਂ ਦਾ ਆਗੂ ਸ਼ੇਖ ਅਹਿਮਦ ਸਰਹੰਦੀ ਸੀ, ਜਿਹਦੀ ਯਾਦ ਵਿੱਚ ਮਕਬਰਾ ਵੀ ਬਣਿਆ ਹੋਇਆ ਫਤਿਹਗੜ੍ਹ ਸਾਹਿਬ ਦੇ ਵਿੱਚ। ਔਰ ਨੌਵੇਂ ਪਾਤਸ਼ਾਹ ਦੇ ਵਕਤ ਇਹਨਾਂ ਦਾ ਆਗੂ ਸੀ ਸੈਫੁੱਦੀਨ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਵਿੱਚ ਵੀ ਨਕਸ਼ਬੰਦੀਆਂ ਦਾ ਰੋਲ ਹੈ, ਪਰ ਹੁਣ ਵਕਤ ਆਪਣੇ ਕੋਲ ਇਹਨਾਂ ਨਹੀਂ ਹੈ। ਤਾਂ ਪੰਜਮ ਪਾਤਸ਼ਾਹ ਦੀ ਸ਼ਹੀਦੀ ਜਿਹੜੀ ਜਦੋਂ ਅਕਬਰ ਤਿਆਰ ਸੀ ਨਾ ਜਹਾਂਗੀਰ ਨੂੰ ਦੇਣ ਵਾਸਤੇ ਵਾਹਿਗੁਰੂ ਖੁਸਰੋ ਨੂੰ ਗੱਦੀ, ਤਾਂ ਸ਼ੇਖ ਅਹਿਮਦ ਸਰਹੰਦੀ ਹੋਰਾਂ ਨੇ ਅਕਬਰ ਦੇ ਦਰਬਾਰ ਵਿੱਚ ਬੰਦੇ ਫਿੱਟ ਕੀਤੇ। ਉਹਨਾਂ ਨੇ ਇੱਕ ਪਾਸੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਕਿ ਅਕਬਰ ਗੱਦੀ ਆਪਣੇ ਪੁੱਤ ਸਲੀਮ ਨੂੰ ਦੇਵੇ। ਜਹਾਂਗੀਰ ਦਾ ਪੁਰਾਣਾ ਨਾਮ ਸਲੀਮ ਹੈ, ਤਖਤ ਤੇ ਬੈਠਣ ਲੱਗਿਆ ਆਪਣਾ ਨਾਮ ਜਹਾਂਗੀਰ ਰੱਖਦਾ। ਤੇ ਦੂਜੇ ਪਾਸੇ ਉਹਨਾਂ ਨੇ ਜਹਾਂਗੀਰ ਦੇ ਕੰਨ ਭਰੇ ਵੀ, ਵੇਖ ਲੈ ਤੈਨੂੰ ਤਾਂ ਗੱਦੀ ਮਿਲ ਨਹੀਂ ਰਹੀ, ਖੁਸਰੋ ਨੂੰ ਮਿਲਦੀ ਹੈ ਤੇ ਅਸੀਂ ਮਾਹੌਲ ਬਣਾ ਰਹੇ ਹਾਂ, ਪਰ ਤੂੰ ਗੱਦੀ ਤੇ ਬੈਠ ਕੇ ਪਿਓ ਵਾਲੀਆਂ ਨੀਤੀਆਂ ਤੇ ਨਹੀਂ ਚੱਲਣਾ, ਇਸਲਾਮ ਦਾ ਬਾਦਸ਼ਾਹ ਬਣ ਕੇ ਵਿਚਰਨਾ, ਬਾਕੀਆਂ ਨੂੰ ਟੰਗਣਾ। ਸਿੱਧੀ ਜੀ ਗੱਲ ਇਹ ਸੀ। ਤਾਂ ਉਹਨਾਂ ਨੇ ਮਾਹੌਲ ਬਣਾਇਆ। ਸ਼ੇਖ ਫਰੀਦ ਬੁਖਾਰੀ ਜਿਹੜਾ ਇਹਨਾਂ ਦਾ ਚੇਲਾ ਸੀਗਾ ਨਕਸ਼ਬੰਦੀਆਂ ਦਾ, ਇਹੋ ਜਿਹੇ ਬੰਦੇ ਵਿੱਚ ਫਿੱਟ ਕੀਤੇ ਗਏ। ਮੈਂ ਗੱਲ ਬਹੁਤ ਨੇੜੇ ਰੱਖਾਂ, ਫਿੱਟ ਕੀਤੇ ਗਏ। ਇਹ ਸ਼ੇਖ ਫਰੀਦ ਬੁਖਾਰੀ ਉਹੀ ਹੈ ਜਿਹਨੂੰ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਗਿਆ ਸੀ। ਉਸ ਤਰ੍ਹਾਂ ਦੇ ਬੰਦੇ ਫਿੱਟ ਕਰਕੇ ਆਖਰ 17 ਅਕਤੂਬਰ 1605 ਨੂੰ ਜਦੋਂ ਅਕਬਰ ਦੀ ਮੌਤ ਹੁੰਦੀ ਹੈ, ਤਾਂ ਅਕਬਰ ਦੀ ਮੌਤ ਤੋਂ ਬਾਅਦ 36 ਸਾਲਾ ਸਲੀਮ ਆਪਣਾ ਨਾਂ ਜਹਾਂਗੀਰ ਰੱਖ ਕੇ ਤਖਤ ਦੇ ਉੱਤੇ ਬੈਠਦਾ। ਹੁਣ ਜਦੋਂ ਜਹਾਂਗੀਰ ਤਖਤ ਉੱਤੇ ਬੈਠਿਆ, ਇੱਕ ਤਾਂ ਜਹਾਂਗੀਰ ਦੀ ਆਪਣੀ ਲਿਖਤ ਜਿਹੜੀ ਤੁੱਜ ਕੇ ਜਹਾਂਗੀਰ ਮਿਲਦੀ ਆ, ਉਹਦੇ ਵਿੱਚ ਬੜੇ ਮਾਨਜਨਕ ਸ਼ਬਦ ਲਿਖੇ ਨੇ ਗੁਰੂ ਸਾਹਿਬ ਪ੍ਰਤੀ। ਉਹ ਖੁਦ ਕੱਟੜ ਪ੍ਰਸਤ ਸੀਗਾ ਬੰਦਾ, ਮੋਟੀ ਜੀ ਗੱਲ ਹੀ ਮੈਂ ਦੱਸ ਰਿਹਾ, ਖੁਦ ਕੱਟੜ ਪ੍ਰਸਤ ਸੀ। ਦੂਜਾ, ਜਿੰਨੇ ਸਨਾਤਨੀ ਉਹ ਵਿਰੋਧੀ, ਧਰਮ ਦੇ ਠੇਕੇਦਾਰ ਸਾਰੇ ਵਿਰੋਧੀ। ਚੰਦੂ ਦੀ ਦੁਸ਼ਮਣੀ ਵਾਲੀ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਲਗਭਗ। ਉਹ ਛੋਟਾ ਜਿਹਾ ਕਾਰਨ ਸੀ ਸ਼ਹੀਦੀ ਦਾ, ਵੱਡਾ ਨਹੀਂ ਸੀ, ਛੋਟਾ ਕਾਰਨ ਸੀਗਾ। ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਰੋਹਿਲਾ, ਰੋਹਿਲੇ ਦੇ ਰਹਿਣ ਵਾਲਾ ਚੰਦੂ ਲਾਲ ਖੱਤਰੀ, ਉਹਦੀ ਬੇਟੀ ਸਦਾ ਜਿਹਦੇ ਮਤਲਬ ਰਿਸ਼ਤਾ ਤੈਅ ਹੋ ਗਿਆ ਸੀ ਹਰਗੋਬਿੰਦ ਸਾਹਿਬ ਦੇ ਨਾਲ। ਉਹ ਹੰਕਾਰ ਦੇ ਵਿੱਚ ਬੋਲਿਆ ਜਦੋਂ ਵੀ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾਇਆ ਤੇ ਰਿਸ਼ਤਾ ਟੁੱਟ ਗਿਆ ਸੀਗਾ, ਉਹ ਵੀ ਦੁਸ਼ਮਣ ਹੋ ਗਿਆ ਸੀ। ਛੋਟਾ ਜਿਹਾ ਕਾਰਨ ਹੈ ਚੰਦੂ ਦਾ, ਇਹ ਵੀ ਹੋ ਗਿਆ। ਜਿਹੜੇ ਨਕਸ਼ਬੰਦੀ ਨੇ ਇਹ ਵਿਰੋਧੀ ਸੀਗੇ। ਸ਼ੇਖ ਅਹਿਮਦ ਸਰਹੰਦੀ ਨੇ 72 ਚਿੱਠੀਆਂ ਲਿਖੀਆਂ ਜਹਾਂਗੀਰ ਦੇ ਜਰਨੈਲਾਂ ਨੂੰ ਗੁਰੂ ਅਰਜਨ ਸਾਹਿਬ ਦੇ ਖਿਲਾਫ, 72 ਚਿੱਠੀਆਂ। ਇਹ ਸਾਰੇ ਕੁੱਲ ਮਿਲਾ ਕੇ ਵਿਰੋਧੀ ਸੀਗੇ। ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਭੁੱਲ ਨਾ ਜਾਇਓ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਸੀ, ਪਰ ਜਿਹੜਾ ਬਹਾਨਾ ਬਣਾਇਆ ਗਿਆ, ਲੋਕਾਂ ਸਾਹਮਣੇ ਵੱਡਾ ਕਾਰਨ ਦੱਸਿਆ ਗਿਆ ਖੁਸਰੋ ਦੀ ਬਗਾਵਤ। ਉਹ ਬਗਾਵਤ ਕੀ ਸੀ? ਜਦੋਂ ਜਹਾਂਗੀਰ ਤਖਤ ਉੱਤੇ ਬੈਠਿਆ ਤਾਂ ਖੁਸਰੋ ਨੇ ਬਗਾਵਤ ਕਰਤੀ। ਤਾਂ ਜਦੋਂ ਜਿੰਨੇ ਵੀ ਲੋਕਾਂ ਨੇ ਖੁਸਰੋ ਦੀ ਸਪੋਰਟ ਕੀਤੀ, ਉਹਨਾਂ ਸਾਰਿਆਂ ਨੂੰ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਗਈਆਂ। ਤਾਂ ਮੁਰਤਜ਼ਾ ਖਾਨ ਜਿਹੜਾ ਨਕਸ਼ਬੰਦੀਆਂ ਦਾ ਚੇਲਾ ਹੈ, ਜਿਹਦਾ ਪੁਰਾਣਾ ਨਾਮ ਸ਼ੇਖ ਫਰੀਦ ਬੁਖਾਰੀ ਹੈ, ਮੁਰਤਜ਼ਾ ਖਾਨ ਨੇ ਬਹੁਤ ਵਧਾ ਚੜਾ ਕੇ ਗੱਲਾਂ ਕੀਤੀਆਂ। ਉਹਨੇ ਜਹਾਂਗੀਰ ਨੂੰ ਲਿਖਿਆ ਕਿ ਗੁਰੂ ਅਰਜਨ ਸਾਹਿਬ ਨੇ ਤਿਲਕ ਲਾਇਆ, ਖੁਸਰੋ ਨੂੰ ਆਸ਼ੀਰਵਾਦ ਦਿੱਤਾ, ਇਹ ਬਗਾਵਤ ਨਹੀਂ ਸੀ ਕਰਦਾ, ਇਹਨਾਂ ਨੇ ਕਰਵਾਈ ਹੈ। ਤਾਂ ਇਤਿਹਾਸਿਕ ਸਚਾਈ, ਕਿਉਂਕਿ ਵੱਖਰੇ ਵੱਖਰੇ ਵਿਦਵਾਨ ਵੱਖਰਾ ਵੱਖਰਾ ਲਿਖਦੇ ਆ, ਲੇਕਿਨ ਜਿੰਨਾ ਕੁ ਘੋਖ ਪੜਤਾਲ ਕਰਕੇ ਪਤਾ ਲੱਗਦਾ ਕਿ ਜਦੋਂ ਖੁਸਰੋ ਗੋਇੰਦਵਾਲਾ ਵਾਲਾ ਦਰਿਆ ਪਾਰ ਕਰ ਰਿਹਾ ਸੀ, ਉਸ ਵਕਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੋਇੰਦਵਾਲ ਮੌਜੂਦ ਹੀ ਨਹੀਂ ਸੀ। ਉਹ ਤਾਂ ਸਤਿਗੁਰੂ ਜੀ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੀਗੇ। ਹਾਂ, ਇਹ ਵੀ ਲਿਖਤਾਂ ਵਿੱਚ ਮਿਲਦਾ ਹੈ ਕਿ ਖੁਸਰੋ ਵੈਸੇ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਆਪਣੇ ਦਾਦੇ ਅਕਬਰ ਦੀ ਤਰ੍ਹਾਂ ਪ੍ਰਭਾਵਿਤ ਸੀ, ਔਰ ਇਹ ਵੀ ਉਹ ਕਹਿ ਦਿੰਦਾ ਸੀ ਕਿ ਮੈਨੂੰ ਗੁਰੂ ਅਰਜਨ ਸਾਹਿਬ ਦੇ ਲੰਗਰ ਵਿੱਚੋਂ ਜਿਹੜਾ ਸਵਾਦ ਆਇਆ ਉਹ ਘਰ ਦੀ ਰਸੋਈ ਵਿੱਚੋਂ ਨਹੀਂ ਆਇਆ। ਤਾਂ ਖੁਸਰੋ ਦੀ ਬਗਾਵਤ, ਇਹ ਸਾਰੇ ਬਹਾਨੇ ਬਣ ਗਏ। ਮਤਲਬ ਵੱਡਾ ਬਹਾਨਾ ਲੋਕਾਂ ਸਾਹਮਣੇ ਖੁਸਰੋ ਦੀ ਬਗਾਵਤ ਵਾਲਾ ਦੱਸਿਆ ਗਿਆ, ਬਾਕੀ ਛੋਟੇ ਛੋਟੇ ਕਾਰਨ ਬਣ ਗਏ। ਮੈਂ ਗੱਲ ਨੇੜੇ ਰੱਖਾਂ ਹੁਣ। ਆਖਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਜਿਹੜੀ ਵੱਡਾ ਕਾਰਨ ਭੁੱਲ ਤਾਂ ਨਹੀਂ, ਇੱਕ ਵਾਰੀ ਬੋਲਿਓ ਜੀ ਸਾਰੇ ਭੈਣ ਭਰਾ, ਗੁਰੂ ਗ੍ਰੰਥ ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਭਲਾ? ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ, ਹਨਾ, ਸਭ ਤੋਂ ਵੱਡਾ ਕਾਰਨ ਇਹ ਹੈ।
फिर गुरु अर्जन साहब पातशाह जी नूं मुर्तजा खान के हवाले किया गया। मुर्तजा खान ने ड्यूटी चंदू की इस करके लाई कि ताजी ताजी दुश्मनी पई हुई है, कोई ये रियायत नहीं करनगे। गुरु अर्जन साहब पातशाह नूं तत्ती तवी ते बिठा के गुरदित भड़पूंजा गर्म रेत उन्होंने सीस विच पाउंदा है। आखिर तपे हुए जिहड़े शरीर नूं रावी के दरिया विच सुट के शहीद कर दिता जाता है 30 मई सन 1606। हुण नोट करने वाले इत्थे 2-3 नुकते ने। गुरु अर्जन साहब पातशाह नूं शहीद करन लई तत्ती तवी मतलब अग जां पानी की वरतों की गई। ये क्यों? होर भी बहुत सारे तरीके सीगे शहीद करन दे, यही तरीका जालमा ने क्यों चुनिया? इहदा कारण है जासा वारसानक कानून है। वो की है 1606 की शहीदी है, पर यह कानून बड़ा पुराना बनिया सी। 1218 दे विच यह कानून बनिया, मंगोल बरादरी के चंगेज खान ने बनाया। यह कानून की है जी? मंगोल बरादरी के चंगेज खान ने एक निज़म बनाया जिन्होंने जासा का निज़म, जासा वारसानत इस तरह के लफ्ज वरत के याद किया जाता है। इन्हां लोकां दा ये भरोसा सीगा कि जे किसी वड्डे रहबर नूं धार्मिक आगू नूं किते मारना पवे, ये मारन लफ्ज ही वरतणगे ना, तां ख्याल रखिया जाए कि उहदे खून का कोई भी तुपका धरती ते ना डिगे, क्योंकि इन्हां दा यह भरोसा सी जे उदां दा खून धरती ते डिगदा तां उहदे वर्गे होर कई पैदा हो जाणगे। इन्हां विश्वासां नूं जहांगीर होरी भी मनदे सी ये सारे लोग, इस करके इन्हां ने जासा वारसानत दे अधीन गुरु अर्जन साहब नूं शहीद किया। हुण समझण वाला एक नुकता यह बहुत जरूरी है कि गुरु अर्जन साहब लई असीं शहीदां दे सरताज लफ्ज क्यों वरतदे? ਜਦੋਂ कि गुरु अर्जन साहब तो पहला दुनिया दे विच शहीदियां हो चुकियां ने और सिख धर्म दे विच भी शहीदियां हो चुकियां ने। गुरु अर्जन साहब तो पहला कोई विद्वान 2 दर्जन शहीदियां की गल करता है, कोई 1 दर्जन की गल करता है। और गुरु नानक पातशाह के वक्त जेडे भाई तारा पोपट जी होए ने, जिहदा जिक्र भाई गुरदास जी ने 11वीं वार की 13वीं पौड़ी की पहली पंक्ति च कीता। तारू पोपट तारिया गुरमुख बाल सुभाए उदासी। ये गुरु नानक पातशाह के वक्त शहीद हुए, लाहौर के विच हुए, बाबर के हथों शहीद हुए। शहादत पहला भी हुई ने, पर शहीदां दे सरताज लफ्ज गुरु अर्जन साहब लई इस करके वरतिया जाता है कि गुरु अर्जन साहब तो पहला जिन्नियां भी शहीदियां हुईयां, शहीदियां प्राप्त करने वालियां शख्सियतां नूं शहादत पाउण तो बिना होर कोई राह नहीं सी बचदा। ये पहली बार सी जदों वक़्त के विरोधियों ने कहा कि जे तुसी दीने इस्लाम कबूल कर लवो तां तुहाडी जान बख्शी जा सकदी। ये पहली बार, इसलिए असीं लफ्ज वरतदे हां शहीदां दे सरताज। हुण गुरु अर्जन साहब तत्ती तवी ते बैठ के ये शहादत विलखण क्यों है? ये शहादत विलखण, मैं एक लफ्ज वरतदा शहादत विलखण। विलखण क्यों है वो भी 1 मिनट विच कहना। दुनिया के शहीदां दे सरताज क्यों कहने हैं जी? पता लग गया ना सानू। विलखण क्यों है शहादत? दुनिया के बहुत सारे मजहबां दे विच बहुत सारे महापुरुषों की प्रीख्या अग नाल होई। मैं सिर्फ 3 घटनावां का जिक्र करांगा। एक पहली गल नूं तुसीं सारे जानते हैं, जिहड़ा मन्निया जांदा गुरबाणी विच कुछ वो वरतियां जांदियां गल्लां दे हवाले दित्ते होए ने कि हरनाकस ने प्रहलाद नूं बड़ा तंग कीता सीगा। आखिर ते की गल कही भी जे रब सारियां थावां ते मंनदा तपदे होए थंम नूं जप्पी पा लै। साखीकारां ने लिखिया, तुसीं पढ़िया सुनिया होऊगा कि इस तो पहला प्रहलाद जी उस थंम नूं जप्पी पाउंदे उन्हां नूं कीड़ी दिखाई दे। लोकां ने इत्थों गल्लां भी बनाईयां बहुत, जे कीड़ी ना बनदा रामा प्रहलाद डोल जांदा। हालांकि वो डोलण वाले नहीं, लेकिन लोकां दा तुसीं मूंह नहीं फड़ सकदे। मतलब उत्थे कहंदे भी अग ने सुहा ही बदल लिया ना। इहदी व्याख्या की लोड़ नहीं, तुसीं समझ गए मैं की कह रहा। दूसरी घटना इस्लाम दे विच है, नमरूद ने अपनी कचहरी दे विच सद्दिया हजरत इब्राहिम। ये भी बड़ी बंदगी करने वाले पुरुष। हजरत इब्राहिम नूं कहा गया भी जा तां बंदगी छड़ दे, नहीं तां तैनूं अग दे भांबड़ां विचों दी लंघना पैना है। हजरत इब्राहिम ने ठीक फैसला लिया कि मैं बंदगी तो बिना समा नहीं गुजार सकता, मैं अग दे भांबड़ां विचों दी लंघण नूं तैयार हां। इस्लाम का इतिहास ये कहता है कि जदों हजरत इब्राहिम जी अपना एक कदम अग वल पुटदे तां उत्थे अग दी थां ते कमल दे फुੱਲ फुलदे। इहदा ये मतलब नहीं कि मैं इन्हां गल्लां 'च भरोसा रखदा जां नहीं रखदा, मतलब ये उन्हां दा लिखिया होया।
ਤੀਜੀ ਘਟਨਾ ਜਿਨ੍ਹਾਂ ਦੀ ਯਾਦ 'ਚ ਆਪਾਂ ਅੱਜ ਬੈਠੇ ਆ, ਇੱਥੇ ਤੱਤੀ ਤਵੀ ਤੇ ਬੈਠਣ ਤੋਂ ਪਹਿਲਾਂ ਨਾ ਤਾਂ ਕੋਈ ਕੀੜੀ ਦਿਖਾਈ ਦੇ ਰਹੀ ਹੈ ਜਿੱਥੋਂ ਹੌਸਲਾ ਬਣ ਜੇ, ਨਾ ਕਮਲ ਦੇ ਫੁੱਲ ਬਣਦੇ ਨੇ। ਇੱਥੇ ਅੱਗ ਆਪਣੇ ਸੁਭਾਅ ਤੇ ਕਾਇਮ ਹੈ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਸੁਭਾਅ ਤੇ ਕਾਇਮ ਹੈ। ਸੁਹਾਗ ਨੇ ਵੀ ਨਹੀਂ ਬਦਲਿਆ ਤੇ ਗੁਰੂ ਨੇ ਵੀ ਨਹੀਂ ਬਦਲਿਆ। ਫਿਰ ਤੱਤੀ ਤਵੀ ਤੇ ਬੈਠ ਕੇ ਸ਼ੁਕਰ ਕਰਨਾ ਤੇ ਨਾਮ ਦੀ ਮੰਗ ਕਰਨੀ। ਜਿਹੜੇ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਨੇ, ਤੇਰਾ ਕੀਆ ਮੀਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗਿਆ। ਅਹਿਸਾਸ ਕਰਨ ਦੀ ਲੋੜ ਹੈ ਵੀ ਨਾਮ ਕਿਉਂ ਮੰਗ ਰਹੇ ਨੇ। ਨੋਟ ਕਰਿਓ, ਤੱਤੀ ਤਵੀ ਤੇ ਬੈਠ ਕੇ ਗੁਰੂ ਦਾ ਨਾਮ ਮੰਗਣਾ ਹੈ ਕੀ ਅਸਲ? ਕੀ ਗੁਰੂ ਕੋਲ ਨਾਮ ਹੈ ਨਹੀਂ? ਮੰਗੀ ਤਾਂ ਉਹ ਚੀਜ਼ ਜਾਂਦੀ ਹੈ ਜਿਹੜੀ ਹੁੰਦੀ ਨਹੀਂ, ਪਰ ਗੁਰੂ ਦਾ ਨਾਮ ਰੂਪ ਹੈ। ਗੁਰੂ ਬਾਰੇ ਤਾਂ ਭੱਟ ਜੀ ਨੇ ਕਹਿ ਦਿੱਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣੇ। ਗੁਰੂ ਲਈ ਤਾਂ ਗੁਰੂ ਅਮਰਦਾਸ ਸਾਹਿਬ ਨੇ ਬਚਪਨ 'ਚ ਹੀ ਕਹਿਤਾ ਸੀ, ਦੋਇਤਾ ਬਾਣੀ ਕਾ ਬੋਇਤਾ। ਇੱਥੋਂ ਤੱਕ ਕਿਹਾ ਪ੍ਰਤੱਖ ਹਰ। ਫਿਰ ਉਹ ਗੁਰੂ ਤੱਤੀ ਤਵੀ ਤੇ ਬੈਠ ਕੇ ਨਾਮ ਅਸਲ 'ਚ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ ਕਿ ਨਾਮ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠ ਕੇ ਵੀ ਰੱਬ ਦੀ ਹੋਂਦ ਦਾ ਅਹਿਸਾਸ ਮੰਗਦੇ ਨੇ, ਨਾਮ ਮੰਗਦੇ ਨੇ। ਇਮਾਨਦਾਰੀ ਨਾਲ ਆਪਣੇ ਅੰਦਰ ਨਿਗਾਹ ਮਾਰ ਲਈਏ ਕਿ ਅਸੀਂ ਅਤ ਆਧੁਨਿਕ ਸਹੂਲਤਾਂ ਵਿੱਚ ਗੁਜ਼ਰਦਿਆਂ ਵੀ ਨਾਮ ਤੋਂ ਟੁੱਟੇ ਹੋਏ। ਸਾਨੂੰ ਲੋੜ ਹੀ ਨਹੀਂ ਲੱਗਦੀ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜਾਂ ਹੋਰ ਸਾਰੀ। ਇਹ ਸ਼ਹਾਦਤ ਵਿਲੱਖਣ ਕਿਵੇਂ ਆ ਸਮਝ ਲਿਆ। ਇਹਦਾ ਅਸਰ ਕੀ ਹੋਇਆ ਸਿਰਫ 1 ਮਿੰਟ ਵਿੱਚ ਕਹਿ ਦਿੰਦਾ ਕਿ ਇਸ ਤੋਂ ਬਾਅਦ ਜੰਗਾਂ ਯੁੱਧਾਂ ਦੀ ਸ਼ੁਰੂਆਤ ਹੁੰਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 2 ਤਲਵਾਰਾਂ ਪਹਿਨਦੇ ਨੇ, ਜਿਹਦਾ ਜ਼ਿਕਰ ਬਾਬਾ ਅਬਦੁੱਲਾ ਜੀ ਤੇ ਨੱਥਾ ਜੀ ਕਰਦੇ ਨੇ, ਜਿਹੜੇ 6ਵੇਂ ਪਾਤਸ਼ਾਹ ਦੇ ਹਜ਼ੂਰੀ ਢਾਡੀ ਨੇ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ। ਗੁਰੂ ਹਰਗੋਬਿੰਦ ਸਾਹਿਬ ਨੇ ਫਿਰ 3 ਭੇਟਾਵਾਂ ਮੰਗੀਆਂ ਸੰਗਤ ਤੋਂ, ਖਾਸ ਤੌਰ ਤੇ ਇੱਕ ਨੌਜਵਾਨੀ ਭੇਟਾ ਕਰੋ, ਦੂਜੇ ਘੋੜੇ ਤੇ ਤੀਜੇ ਹਥਿਆਰ ਚਾਹੀਦੇ। ਇੱਥੋਂ ਜੰਗਾਂ ਯੁੱਧਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇਤਿਹਾਸ ਬੜਾ ਲੰਬਾ ਚੌੜਾ ਹੈ, ਇਹਦਾ ਮੈਂ ਬਸ ਥੋੜੇ ਜਿਹੇ ਪੁਆਇੰਟ ਹੀ ਸਾਂਝੇ ਕੀਤੇ ਆ ਜਿੰਨਾ ਕੁ ਵਕਤ ਸੀ ਉਹਦੇ ਮੁਤਾਬਕ। ਗੁਰੂ ਸਵਾਰਿਓ, ਅੱਜ ਆਪਾਂ ਸੁਣਿਆ ਕੀ ਹੈ? ਸ਼ਹੀਦੀ ਦੇ ਕਾਰਨ ਵਿਲੱਖਣ ਕਿਉਂ ਹੈ, ਸਰਤਾਜ ਕਿਉਂ ਨੇ ਸ਼ਹੀਦਾਂ ਦੇ, ਤੇ ਉਹਦਾ ਅਸਰ ਕੀ ਹੁੰਦਾ ਹੈ। ਹੁਣ ਇਸ ਸ਼ਹੀਦੀ ਸਾਕੇ ਨੂੰ, ਇਸ ਘਟਨਾ ਨੂੰ ਸੁਣਨ ਤੋਂ ਬਾਅਦ ਸਾਨੂੰ ਤੁਰੰਤ ਕੀ ਕਰਨਾ ਚਾਹੀਦਾ? ਸਿਰਫ ਮੈਂ 2-3 ਮਿੰਟ ਇਹਦੇ ਤੇ ਗੱਲ ਜ਼ਰੂਰ ਕਰਨੀ ਚਾਹੁੰਦਾ, ਫਿਰ ਆਪਾਂ ਫਤਿਹ ਕਰਾਂਗੇ। ਧਿਆਨ ਦਿਓ, ਅਸੀਂ ਸੁਣ ਲਈ ਸ਼ਹੀਦੀ, ਕਾਰਨ ਸਾਨੂੰ ਪਤਾ ਲੱਗ ਗਿਆ ਵੱਡਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਵੱਡਾ ਕਾਰਨ ਕੀ ਹੈ? ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ। ਇਹੀ ਕਾਰਨ ਹੈ। ਇਹਦਾ ਮਤਲਬ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੇ ਦਰਬਾਰ ਸਾਹਿਬ ਦੀ ਥਾਂ ਤੇ ਤੱਤੀ ਤਵੀ ਤੇ ਚੌਂਕੜੇ ਤਾਂ ਲਾ ਲਏ, ਪਰ ਗੁਰਬਾਣੀ ਵਿੱਚ ਰੰਚਕ ਮਾਤਰ ਵੀ ਰਲਾਵਟ ਨਹੀਂ ਹੋਣੀ ਦਿੱਤੀ। ਇਮਾਨਦਾਰੀ ਨਾਲ ਜਵਾਬ ਦਿਓ, ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਉੱਥੇ ਰਲਾਵਟ ਕਰ ਦਿੰਦੇ ਬਾਣੀ, ਫਿਰ ਸ਼ਹੀਦੀ ਹੋਣੀ ਸੀ। ਫਿਰ ਉਹ ਸਾਰੇ ਵਿਰੋਧੀ ਇੰਨੇ ਵਿਰੋਧੀ ਨਹੀਂ ਸੀ ਹੋਣੇ। ਉਹਨਾਂ ਨੂੰ ਵੱਡੀ ਤਕਲੀਫ ਗੁਰੂ ਗ੍ਰੰਥ ਸਾਹਿਬ ਤੋਂ ਸੀ ਕਿ ਜਿਹੜੇ ਲੋਕਾਂ ਨੂੰ ਗੁਰਬਾਣੀ ਦੀ ਸਮਝ ਆ ਗਈ, ਉਹਨਾਂ ਨੂੰ ਅਸੀਂ ਆਪਣੇ ਪੁਜਾਰੀ ਬਣਾ ਕੇ, ਉਹਨਾਂ ਨੂੰ ਅਸੀਂ ਆਪਣੇ ਗੁਲਾਮ ਬਣਾ ਕੇ ਨਹੀਂ ਰੱਖ ਸਕਦੇ। ਵਕਤ ਦੇ ਧਰਮ ਦੇ ਠੇਕੇਦਾਰ ਔਰ ਵਕਤ ਦੇ ਰਾਜਨੀਤਿਕ ਵਿਰੋਧੀ ਰਹੇ ਨੇ ਸ਼ੁਰੂ ਤੋਂ ਲਗਭਗ ਸਿੱਖੀ, ਇਸੇ ਕਰਕੇ ਵਿਰੋਧੀ ਸੀ। ਇਹਦਾ ਮਤਲਬ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਇਹ ਗੁਰੂ ਗ੍ਰੰਥ ਸਾਹਿਬ ਸਾਨੂੰ ਇੰਨਾ ਸੌਖਾ ਨਹੀਂ ਮਿਲਿਆ, ਮਾਫ ਕਰੇ, ਜਿਵੇਂ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਰਤ ਰਹੇ ਹਾਂ। ਜਿੱਥੇ ਕਿਸੇ ਇੰਡੀਆ 'ਚ ਤਾਂ ਐਵੇਂ ਚੱਲਦਾ ਹੈ, ਜੇ ਕਿਸੇ ਜਗ੍ਹਾ ਤੇ ਦੂਜੇ ਤੇ ਕਬਜ਼ਾ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਗੁਰਦੁਆਰਾ ਬਣਾ ਲਓ। ਇਹ ਸਾਡਾ ਨੈਗੇਟਿਵ ਪੱਖ। ਔਰ ਫੋਰਨ ਕੰਟਰੀ ਦੇ ਵਿੱਚ ਵੀ ਕੋਈ ਬਹੁਤੀ ਵੱਡੀ ਤਰੱਕੀ ਤਾਂ ਨਹੀਂ ਦਿਖਦੀ, ਮੈਨੂੰ ਮਾਫ ਕਰਿਓ। ਇਹ ਗੱਲ ਵੱਖਰੀ ਹੈ ਕਿ ਜਿੰਨਾ ਚਿਰ ਬੰਦਾ ਇੰਡੀਆ ਦੀ ਬਾਉਂਡਰੀ ਦੇ ਵਿੱਚ ਰਹਿੰਦਾ, ਉਹਨਾਂ ਚਿਰ ਇਹ ਲੱਗਦਾ ਕਿ ਬਾਹਰੋਂ ਬਹੁਤ ਵੱਡੀਆਂ ਕ੍ਰਾਂਤੀਆਂ ਉੱਠਣਗੀਆਂ, ਬਾਹਰ ਸਿੱਖਾਂ ਦੀ ਸਭ ਚੜ੍ਹਦੀ ਕਲਾ, ਪਰ ਮੈਨੂੰ ਨਹੀਂ ਲੱਭੀ। ਮੈਂ ਕਈ ਕੰਟਰੀਆਂ ਦੇ ਵਿੱਚ ਪ੍ਰਚਾਰ ਦੀ ਸੇਵਾ ਨਿਭਾ ਕੇ, ਦਿਖਾਓ ਕੀ ਚੜ੍ਹਦੀ ਕਲਾ। ਪੂਰੇ ਨਿਊਜ਼ੀਲੈਂਡ ਦੇ ਵਿੱਚ ਨਿਗਾਹ ਮਾਰ ਲਓ, ਬਹੁਤ ਘੱਟ ਤਾਂ ਤੁਹਾਡੇ ਵੈਲਿੰਗਟਨ ਦੇ ਵਿੱਚ ਕੋਈ ਗੁਰਦੁਆਰਾ, ਸ਼ੁਕਰ ਹੈ ਜੀ ਇੱਕ ਰਹੇ। ਖਰੀ ਜੀ ਗੱਲ ਇਹੀ ਹੈ, ਸਾਡੀਆਂ ਚੌਧਰਾਂ ਜਿੱਥੇ ਜਿੰਨਾ ਚਿਰ ਚੌਧਰ ਚੱਲਦੀ ਹੈ ਠੀਕ ਹੈ, ਨਹੀਂ ਤਾਂ ਨਵਾਂ ਝੰਡਾ ਚਾੜਨ ਨੂੰ ਅਸੀਂ 2 ਮਿੰਟ। ਉਹੀ ਲੜਾਈਆਂ, ਉਹੀ ਝਗੜੇ, ਉਹੀ ਕਲੇਸ਼, ਉਹੀ ਕੋਰਟਾਂ, ਉਹੀ ਕਚਹਿਰੀਆਂ। ਤੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਕੋਈ ਸੱਜਣ ਇਕੱਲੇ ਪੰਜਾਬ ਦੀ ਚਿੰਤਾ ਕਰੀ ਜਾਂਦਾ, ਤੇ ਜਦੋਂ ਉਹਨੂੰ ਕਿਹਾ ਜਾਂਦਾ ਇੱਥੇ ਕਿਵੇਂ ਹੋ ਤੁਸੀਂ ਰਹਿੰਦੇ, ਇੱਥੇ ਕੀ ਕੁਝ ਹੋ ਰਿਹਾ, ਕੀ ਸਿੱਖ ਸਮਾਜ ਦੇ ਵਿੱਚ ਉਹ ਸਾਰੀਆਂ ਬਿਮਾਰੀਆਂ ਸਾਡੇ 'ਚ ਹੈਗੇ ਨੇ, ਤਲਾਕ ਕਿ ਨਹੀਂ? ਗੁਰੂ ਸਾਨੂੰ ਕੀ ਕਹਿ ਰਹੇ ਆ? ਧਨ ਪਿਰੇ ਨਾ ਆਖੀਆਂ ਬਹਿਣ ਇਕੱਠੇ ਹੋ। ਕਿਤੇ ਅਸੀਂ ਘੱਟ ਡਾਲਰਾਂ ਦੇ ਉੱਤੇ ਪੈਸੇ ਤਾਂ ਨਹੀਂ, ਕਿਸੇ ਦੀ ਮਜਬੂਰੀ ਦਾ ਫਾਇਦਾ ਤਾਂ ਨਹੀਂ ਉਠਾ ਰਹੇ।
ये सारिया बीमारियां साडे च हैगियां कि नहीं हैगियां? ईमानदारी नाल अपने आप नूं फैसला करिए। मैं नहीं किसी नूं कुछ जानदा ते मेरा फर्ज जरूर बनदा है कि मैं जे गुरु की गल करन आया तो गुरु कह रहे हैं ठग खादा मुर्दा, सारा कुछ वो साडे च हैगा, पर ईमानदारी नाल असीं वेखीए। सब तो वड्डी जिहड़ी प्रेरणा मैं उन्नी गल करां कि ਜਿਹੜਾ गुरु ग्रंथ साहिब पवित्र रूप ਦੇ ਵਿੱਚ ਸਾਨੂੰ ਬਖਸ਼ਣ ਦੇ ਲਈ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹੈ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਘੱਟੋ ਘੱਟ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਜ਼ਰੂਰ ਕਰੀਏ। ਘੱਟੋ ਘੱਟ ਅਸੀਂ ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਰੋਜ਼ਾਨਾ ਵਿਚਾਰਨਾ ਸ਼ੁਰੂ ਕਰੀਏ। ਇਹਦੇ ਨਾਲ ਵੀ ਕਾਫੀ ਸਾਨੂੰ ਫਰਕ ਪੈਂਦਾ। ਮੈਨੂੰ ਕੈਨੇਡਾ ਦੇ ਵਿੱਚ ਇੱਕ ਬਜ਼ੁਰਗ ਮਿਲੇ, ਮੈਂ ਇਸ ਗੱਲ ਰਾਹੀਂ ਕਾਫੀ ਕੁਝ ਕਵਰ ਕਰਕੇ ਫਤਿਹ ਬੁਲਾਉਣ ਲੱਗਿਆ। ਉਹ ਬੜੇ ਸਤਿਕਾਰਯੋਗ ਬਜ਼ੁਰਗ 65 ਸਾਲ ਦੀ ਉਮਰ ਸੀ, ਬੜੀ ਲੰਮੀ ਗੱਲ ਛੇੜ ਬੈਠੇ ਤੇ ਮੈਨੂੰ ਦੱਸਦੇ ਸੀ ਕਿ ਇੱਥੋਂ ਲੈ ਕੇ ਹੋ ਤੱਕ ਕਾਕਾ ਆ ਸਾਰੇ ਮਕਾਨ ਸਾਡੇ ਨੇ, ਉਹ ਰੈਂਟ ਤੇ ਦਿੰਦੇ ਆ, ਬਹੁਤ ਮਿਹਨਤ ਕੀਤੀ ਹੈ, ਬਹੁਤ ਤਰੱਕੀ ਕੀਤੀ ਹੈ, ਸਾਰਾ ਟੱਬਰ ਇੱਥੇ ਪੱਕਾ ਕਰ ਲਿਆ। ਮੈਂ ਕਿਹਾ ਜੀ ਬੜੀ ਚੰਗੀ ਗੱਲ ਹੈ। ਮੈਂ ਸੱਚੀ ਗੱਲ ਤੁਹਾਨੂੰ ਦੱਸਦਾ, ਮੈਂ ਛੇਤੀ ਛੇਤੀ ਗੱਲ ਮੁਕਾਉਣਾ ਚਾਹੁੰਦਾ ਸੀ ਪਰ ਉਹ ਬਜ਼ੁਰਗ ਲੰਮੀ ਗੱਲ ਛੇੜ ਬੈਠੇ, ਉਹ ਕਿਉਂਕਿ ਉੱਥੇ ਐਵੇਂ ਹੁੰਦਾ। ਤੇ ਆਖਰ ਮੈਂ ਉਸ ਬਾਪੂ ਨੂੰ ਪੁੱਛਿਆ ਕਿ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੈ? ਕਹਿੰਦੇ 65 ਸਾਲ। ਤੇ ਮੇਰਾ ਅੱਗੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ 65 ਸਾਲ ਦੀ ਉਮਰ ਹੋ ਗਈ, ਜਪਜੀ ਸਾਹਿਬ ਦੀਆਂ 38 ਪੌੜੀਆਂ ਤਾਂ ਵਿਚਾਰ ਹੀ ਲਈਆਂ ਹੋਣਗੀਆਂ ਨਾ? ਕਹਿੰਦਾ ਨਹੀਂ ਪੁੱਤਾ ਜੀ ਟਾਈਮ ਹੀ ਨਹੀਂ ਲੱਗਿਆ। ਪਹਿਲਾਂ ਬਾਪੂ ਮੇਰਾ ਖੇੜਾ ਨਹੀਂ ਸੀ ਛੱਡਦਾ ਤੇ ਹੁਣ ਉਹ ਜਾਣਾ ਚਾਹੁੰਦਾ ਸੀ, ਮੈਂ ਆਸੇ ਪਾਸੇ ਫੇਰ ਘੁੰਮ ਕੇ ਉਹਦੇ ਕੋਲ ਜਾਂਦਾ ਸੀ। ਮੈਂ ਕਿਹਾ ਬਾਪੂ ਦੱਸੋ ਤਾਂ ਸੀ, ਫਿਰ ਤੁਸੀਂ ਨਾਲੇ ਤਰੱਕੀ ਦੀ ਗੱਲ ਕਰਦੇ ਸੀ, 65 ਸਾਲ ਦੀ ਉਮਰ ਹੋ ਗਈ, 38 ਪੌੜੀਆਂ ਜੀ ਜਪਜੀ ਸਾਹਿਬ ਦੀਆਂ ਵਿਚਾਰੀਆਂ ਨਹੀਂ, ਫਿਰ ਤਰੱਕੀ ਕਿਹਨੂੰ ਕਹਿੰਦੇ ਹੋ? सिर्फ आर्थिकता ही तरक्की होती है, इन्नी गल ही है बस सारी। और ईमानदारी नाल असीं सारे आपो अपने मनां च निगाह मार लीए कि गुरु नानक साहब दा 550 साला कौम मनाउण जा रही है। अज ही शुरू कर दिए, कुछ लैन नहीं जाना। तुसीं बहुत बिजी शेड्यूल है ते, लेकिन फिर भी 5-7 मिनट भी रोजाना कढ़ण की आदत बनाइए, एक पौड़ी रोजाना विचार लीए तो बहुत कुछ सानू समझ आऊगा ते असीं गुरु दी खुशियां दे पात्र बन सकदे। इस पासे असीं तुरीए गुरु अर्जन साहिब दी शहादत तो, ये सानू वड्डी प्रेरणा जिहड़ी लैण दी लोड़ है। सो सारी संगत दा तुहाडा बहुत बहुत धन्नवाद, क्योंकि मैनूं इत्थे गुरुद्वारा साहिब दे विच तीजी वारी वक्त मिलिया प्रचार की सेवा निभाउण दा। और मैं वेख्या भी इत्थे बड़ी गुरु साहिब की इस पासों बख्शिश है कि काम के दिनों में भी लगातार पिछले दिनों में भी संगत बहुत इंटरस्ट नाल जिहड़ी गुरबाणी की विचार सुनती है। सो सारे भैन भरावां दा, वीर बुजुर्गों का बहुत बहुत धन्नवाद। बड़े प्यार नाल लगातार जिहड़े दीवाना च हाज़री भर रहे हैं। और उदां अज समाप्ति सी इस वक्त, पर बहुत सारे नौजवानों के बहुत वीरां दे सुनेहे भी आए, भाई साहब होरां नूं भी, प्रबंधक सज्जणां नूं भी। इसलिए अज शाम का दीवान जिहड़ा ਜਿਹੜੇ ਸੋਹਿਲਾ ਸਾਹਿਬ ਦੇ 2 ਸ਼ਬਦ ਰਹਿੰਦੇ ਆਪਾਂ ਉਸ ਸ਼ਾਮ ਦੇ ਦੀਵਾਨ ਵਿੱਚ, ਉਹੀ ਵਕਤ 6:30 ਤੋਂ 7:30 ਦਾ ਹੋਊਗਾ। ਉਹਦੇ ਵਿੱਚ ਵਿਚਾਰਨੇ ਸਾਰੇ ਭੈਣ ਭਰਾਵਾਂ ਦਾ, ਵੀਰ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ। ਇੱਥੋਂ ਦੇ ਸਾਰੇ ਪ੍ਰਬੰਧਕ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਰ ਸਾਲ ਇਹ ਕੋਸ਼ਿਸ਼ ਕਰਦੇ ਆ, ਔਰ ਇੱਥੋਂ ਦੇ ਸਮੂਹ ਸਟਾਫ ਦਾ। ਔਰ ਮੈਂ ਬੇਨਤੀ ਵੀ ਕਰਨੀ ਸੀ ਕਿ ਇੱਕ ਤਾਂ ਬਹੁਤ ਚੰਗਾ ਜਿਹੜਾ ਕੰਮ ਹੋ ਰਿਹਾ ਹੈ, ਪੰਜਾਬੀ ਸਕੂਲ ਇੱਥੇ ਚੱਲਦਾ ਹੈ, ਤਾਂ ਕੋਸ਼ਿਸ਼ ਕਰੋ ਸਾਰੇ ਭੈਣ ਭਰਾ ਆਪਣੇ ਜਵਾਕਾਂ ਨੂੰ ਉਸ ਸਕੂਲ ਦੇ ਵਕਤ ਵੀ ਜ਼ਰੂਰ ਭੇਜਿਆ ਕਰੋ, ਕਿਉਂਕਿ ਸੱਚੀ ਗੱਲ ਇਹ ਹੈ ਕਿ ਬਹੁਤ ਵੱਡਾ ਸੰਘਰਸ਼ ਹੈ ਇੱਥੇ ਵੀ ਕਿ ਜਵਾਕ ਸਾਡੇ ਸਿੱਖੀ ਨਾਲ ਜੁੜੇ ਰਹਿ ਸਕਣਗੇ ਜਾਂ ਨਹੀਂ। ਜੇ ਅਸੀਂ ਧਿਆਨ ਨਾ ਦਿੱਤਾ ਤੇ ਬਹੁਤ ਔਖਾ ਹੋ ਜੂ। ਜੇ ਸਾਡੇ ਘਰਾਂ ਵਿੱਚ ਸਿੱਖੀ ਨਾ ਰਹੀ ਤਾਂ ਫਿਰ ਸਾਡੇ ਪੱਲੇ ਕੀ ਹੈ। ਇਸ ਕਰਕੇ ਪੰਜਾਬੀ ਸਕੂਲ ਉਹਦੇ ਵਿੱਚ ਵੀ ਨਾਲ ਹੀ ਮੈਨੂੰ ਭਾਈ ਸਾਹਿਬ ਦੱਸ ਰਹੇ ਸੀ, ਦਲਵੀਰ ਸਿੰਘ, ਮਾਲਵਿੰਦਰ ਸਿੰਘ, ਇਹਨਾਂ ਨੇ ਸੰਥਿਆ ਵੀ ਸ਼ੁਰੂ ਕਰਨੀ ਹੈ। ਉਹ ਵਕਤ ਤੁਹਾਨੂੰ ਦੱਸ ਦੇਣਗੇ ਕਿ ਜਿਹੜਾ ਸੰਥਿਆ ਦਾ ਵਕਤ ਹੈ, ਜਿੰਨਾ ਕੋਲ ਵੀ ਵਕਤ ਹੋਵੇ, ਟਾਈਮ ਹੋਵੇ, ਜ਼ਰੂਰ ਸਮੇਂ ਚੋਂ ਸਮਾਂ ਕੱਢ ਕੇ ਇਸ ਪਾਸੇ ਅਸੀਂ ਤੁਰੀਏ। ਫੇਸਬੁੱਕ ਬੰਦ ਕਰਦੇ ਵੀ ਪੌਣਾ ਘੰਟਾ ਲੱਗ ਜਾਂਦਾ। ਜਦੋਂ ਐ ਹੁੰਦਾ ਨਾ ਵੀ ਹੁਣ ਬੰਦ ਕਰਨੀ ਹੈ, ਉਦੋਂ ਬਾਅਦ ਵੀ ਉਂਗਲਾਂ ਚੱਲੀ ਜਾਂਦੀਆਂ ਹੁੰਦੀਆਂ, ਵੇਖ ਲਓ। ਇਸ ਲਈ ਅਸੀਂ ਜ਼ਰੂਰ ਇਸ ਪਾਸੇ ਤੁਰੀਏ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਰ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਸਭ ਦਾ ਧੰਨਵਾਦ ਜੀ। ਭੁੱਲਾਂ ਚੁੱਕਾਂ ਲਈ ਆਪਣਾ ਬੱਚਾ ਜਾਣ ਕੇ, ਭਰਾ ਜਾਣ ਕੇ ਮਾਫ ਕਰਿਓ। ਆਓ ਰਲ ਕੇ 6 ਪੌੜੀਆਂ ਨਾਲ ਸਾਹਿਬ ਦੇ ਪਾਠ ਅਰਦਾਸ ਹੋਣਾ। ਆਨੰਦ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। आनंद पया मेरी माए, सतगुरु मैं पाया, पाया सहज सिद्धि मन वजिया बधाइया। राग रतन परवार परियां, शब्द गावण आइयां, कह नानक आनंद हुआ सतगुरु मैं पाया। मन मेरे तू सदा
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ